ਅਹਨਿਸ ਸਹਿਜ ਸੁਭਾਇ, ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮੁੰਦੀ। ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਮਲ ਜਨਮ ਜਨਮ ਦੀ। ਸਜਨ ਸਚਿਆ ਪਾਤ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇ। ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਏ, ਪੂਰੇ ਕੇ ਗੁਣ ਗਾਓ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਧਰਨੀ ਗਗਨ ਏਕ ਹਵੈ ਗਏ, ਵਿਵੇਕ ਬਿਨ ਖੇ ਖਰ ਪੁੰਜ ਕੀ ਪਸਾਰੀ। ਦੈ ਦਿਸ਼ ਮੈਂ ਮਾਨੋ ਘਨ ਘਟਾ, ਕਨੇ ਘਨ ਕੀ ਘੁਮੰਡ ਘਿਰੀ। ਘੋਰ ਘੋਖ ਘੋਖ ਕੈ ਮਿਲੀ ਹੈ ਭੂਮ ਪ੍ਰਿਸਮੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਚਮਕੌਰ ਸਾਹਿਬ ਨਗਰ ਦੇ ਬਾਹਰਵਾਰ ਬਾਗ ਦੇ ਵਿੱਚ ਆ ਕੇ ਬੈਠੇ ਸਨ। ਮਹਾਰਾਜ ਜੀਆਂ ਨੇ ਸਿੱਖਾਂ ਨੂੰ ਭੇਜ ਕੇ ਇਸ ਇਲਾਕੇ ਦਾ ਨਗਰ ਦਾ ਜਿਹੜਾ ਚੌਧਰੀ ਹੈ, ਬੁੱਧੀ ਚੰਦ ਉਸ ਦਾ ਨਾਮ ਹੈ, ਬੁੱਧੀ ਚੰਦ ਨੂੰ ਬੁਲਾਵਾ ਭੇਜਿਆ। ਅਤੇ ਇਸ ਨੇ ਬਹਾਨਾ ਲਾ ਦਿੱਤਾ, ਮੇਰੀ ਜੇਬ ਦੇ ਵਿੱਚ ਪੈਸੇ ਨਹੀਂ, ਮੈਂ ਮਹਾਰਾਜ ਨੂੰ ਕੀ ਅੱਗੇ ਰੱਖ ਕੇ ਮੱਥਾ ਟੇਕਾਂ, ਇਸ ਕਰਕੇ ਮੈਂ ਮਹਾਰਾਜ ਜੀ ਦੇ ਕੋਲ ਆ ਨਹੀਂ ਸਕਦਾ ਹਾਂ। ਜਦੋਂ ਇਹ ਗੱਲ ਸਿੱਖਾਂ ਨੇ ਆ ਕੇ ਮਹਾਰਾਜ ਨੂੰ ਦੱਸੀ ਹੈ, ਸਤਿਗੁਰਾਂ ਨੇ ਆਪਣੇ ਕੋਲੋਂ 5 ਮੋਹਰਾਂ ਦੇ ਕੇ ਸਿੱਖ ਨੂੰ ਭੇਜਿਆ, ਜਾ ਆ ਮੋਹਰਾਂ ਜਾ ਕੇ ਉਸ ਚੌਧਰੀ ਨੂੰ ਫੜਾ ਕੇ ਕਹੋ ਵੀ ਲੈ ਆ ਪੈਸੇ ਲੈ ਕੇ ਮਹਾਰਾਜ ਨੂੰ ਮੱਥਾ ਟੇਕ ਲਓ। ਹੁਣ ਚੌਧਰੀ ਕੋਲ ਬਹਾਨਾ ਨਹੀਂ ਬਚਿਆ ਹੈ, ਬੱਧਾ ਚੱਟੀ ਭਰਿਆ ਹੋਇਆ ਗੁਰੂ ਪਾਤਸ਼ਾਹ ਜੀ ਦੇ ਕੋਲ ਆਇਆ ਹੈ। ਸਤਿਗੁਰਾਂ ਨੇ ਇਸ ਦੇ ਕੋਲੋਂ ਹਵੇਲੀ ਦੀ ਮੰਗ ਕੀਤੀ ਹੈ। ਉਸ ਵੇਲੇ ਬਹਾਨਾ ਲਾਉਂਦਾ, ਮਹਾਰਾਜ ਮੈਂ ਹਵੇਲੀ ਦੇ ਨਹੀਂ ਸਕਦਾ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ 50 ਮੋਹਰਾਂ ਸੋਨੇ ਦੀਆਂ ਇਸ ਦਾ ਜਿਹੜਾ ਦੂਸਰਾ ਭਰਾ ਸੀ ਉਸ ਨੂੰ ਦੇ ਕੇ ਆਖਿਆ, ਇਹ ਕੀਮਤ ਹੈ ਹਵੇਲੀ ਦੀ, ਲੈ ਕੇ ਹਵੇਲੀ ਵਿਹਲੀ ਕਰਕੇ ਚਲੇ ਜਾਓ। ਇਸ ਤਰ੍ਹਾਂ ਮਹਾਰਾਜ ਜੀ ਉਸ ਹਵੇਲੀ ਦੇ ਅੰਦਰ ਪ੍ਰਵੇਸ਼ ਕਰ ਗਏ। ਦਰਵਾਜ਼ੇ ਬੰਦ ਕਰਕੇ ਮੋਰਚੇ ਕਾਇਮ ਕੀਤੇ ਮਹਾਰਾਜ ਸਾਹਿਬ ਜੀਆਂ ਨੇ। ਇੱਧਰ ਗੁਰਮੁਖੋ ਜਿਹੜੀ ਦਿੱਲੀ ਤੋਂ ਫੌਜ ਚੱਲ ਕੇ ਆਈ ਹੈ, 10 ਲੱਖ ਦੀ ਗਿਣਤੀ ਹੈ, ਉਹਨਾਂ ਨੂੰ ਜਾ ਕੇ ਇਸੇ ਚੌਧਰੀ ਨੇ ਦੱਸਿਆ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਘਰ ਵਿੱਚ ਬੈਠੇ ਹੋਏ ਨੇ। ਅਤੇ 10 ਲੱਖ ਦੀ ਫੌਜ ਜਿਹੜੀ ਰੋਪੜ ਨੂੰ ਜਾ ਰਹੀ ਸੀ ਉਸ ਵੇਲੇ, ਉਹਨਾਂ ਨੇ ਫਿਰ ਚਮਕੌਰ ਸਾਹਿਬ ਨੂੰ ਮੁੜਨਾ ਕੀਤਾ ਹੈ। ਚਮਕੌਰ ਸਾਹਿਬ ਨੂੰ ਘੇਰਾ ਪਾ ਲਿਆ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਨਾਲ ਜੰਗ ਕਰਨ ਵਾਸਤੇ। ਅਤੇ ਜਿਹੜੀ ਫੌਜ ਸੋ ਉਸ ਵੇਲੇ ਰੋਪੜ ਬੈਠੀ ਸੀ, ਵਜ਼ੀਰ ਖਾਨ ਸਰਹੰਦ ਦਾ ਸੂਬੇਦਾਰ, ਜ਼ਬਰਦਸਤ ਖਾਨ ਲਾਹੌਰ ਦਾ ਸੂਬੇਦਾਰ, ਇਹ ਸਾਰੇ ਥੱਕ ਹਾਰ ਕੇ ਰੋਪੜ ਬੈਠ ਗਏ ਸਨ ਕਿ ਮਹਾਰਾਜ ਨਿਕਲ ਗਏ ਸਾਡੇ ਘੇਰੇ ਵਿੱਚੋਂ, ਪਤਾ ਨਹੀਂ ਕਿੱਧਰ ਚਲੇ ਗਏ ਹੋਣਗੇ। ਇਹਨਾਂ ਨੂੰ ਵੀ ਉੱਥੇ ਖਬਰ ਪਹੁੰਚ ਗਈ ਹੈ ਕਿ ਸਤਿਗੁਰੂ ਇਸ ਵੇਲੇ ਚਮਕੌਰ ਸਾਹਿਬ ਹਨ। ਇਹਨਾਂ ਨੇ ਵੀ ਆਪਣੇ ਆਪਣੇ ਘੋੜੇ ਜਿਹੜੇ ਸਨ ਉਸੇ ਵੇਲੇ ਭਜਾ ਦਿੱਤੇ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਅਸੀਂ ਜਾ ਕੇ ਪਹਿਲਾਂ ਫੜ ਲਈਏ। ਇਹ ਇਤਿਹਾਸ ਪ੍ਰਸੰਗ ਆਪਾਂ ਪਿੱਛੇ ਸਰਵਣ ਕਰ ਆਏ ਹਾਂ। ਇਹ ਫੌਜਾਂ ਹੁਣ ਕਿਵੇਂ ਮਹਾਰਾਜ ਦੇ ਨਾਲ ਜੰਗ ਦੀ ਸ਼ੁਰੂਆਤ ਕਰਦੀਆਂ ਔਰ ਸਤਿਗੁਰੂ ਇੱਥੇ ਕਿਵੇਂ ਆਪਣੇ ਪਿਆਰਿਆਂ ਦੀਆਂ ਸ਼ਹਾਦਤਾਂ ਕਰਵਾਉਂਦੇ ਪਏ,
ਉਹ ਆਪਾਂ ਅੱਜ ਬਚਨ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਉਂਝ ਮੈਂ ਮਤੰਗ ਪੈ ਪਤਾਕਾ ਜਨ ਸੰਗ ਧਰੀ। ਸੋ ਕਹਿਣ ਲੱਗੇ ਗੁਰਮੁਖੋ ਬਹੁਤ ਹਾਥੀ ਨੇ, 10 ਲੱਖ ਦੀ ਫੌਜ ਜਿਹੜੀ ਹੈ ਨਾ, ਇਹਦੇ ਵਿੱਚ ਕਈ ਹਾਥੀ ਨੇ ਤੇ ਹਾਥੀਆਂ ਦੇ ਉੱਪਰ ਉੱਚੇ ਉੱਚੇ ਝੰਡੇ ਲਾਏ ਹੋਏ। ਵੱਖ-ਵੱਖ ਫੌਜੀਆਂ ਦੇ ਝੰਡੇ ਜਿਹੜੇ ਨੇ ਕਿ ਇਹ ਇਸ ਇਲਾਕੇ ਦੀ ਫੌਜ ਹੈ, ਇਸ ਇਲਾਕੇ ਦੀ ਫੌਜ ਹੈ, ਨਿਸ਼ਾਨੀ ਦੇਣ ਵਾਸਤੇ। ਜਿਵੇਂ ਕੱਲ੍ਹ ਆਪਾਂ ਬਚਨ ਸਰਵਣ ਕਰਦੇ ਪਏ ਸੀ ਕਿ ਇਹ ਫੌਜ ਇੱਕ ਇਲਾਕੇ ਦੀ ਨਹੀਂ ਹੈ, ਕੋਈ ਪਿਸ਼ੌਰ ਤੋਂ ਆਈ ਹੈ, ਕੋਈ ਹਬਸ਼ ਤੋਂ ਆਈ ਹੈ, ਬਲਖ ਬੁਖਾਰੇ ਤੋਂ ਫੌਜਾਂ ਚੜ੍ਹ ਕੇ ਆਈਆਂ, ਕਸ਼ਮੀਰ ਤੋਂ ਚੜ੍ਹ ਕੇ ਆਈਆਂ, ਕਾਬਲ ਦੀਆਂ ਫੌਜਾਂ ਵਿੱਚ ਨੇ, ਕੰਧਾਰ ਦੀਆਂ ਫੌਜਾਂ ਵਿੱਚ ਨੇ, ਕੋਈ ਈਰਾਨ ਤੋਂ ਆਇਆ, ਕੋਈ ਰੂਸ ਤੋਂ ਆਇਆ ਹੈ। ਇਸ ਤਰ੍ਹਾਂ ਇਹ ਵੱਖ-ਵੱਖ ਇਲਾਕਿਆਂ ਦੀਆਂ ਫੌਜਾਂ ਇਕੱਠੀਆਂ ਕਰਕੇ ਇਹ 10 ਲੱਖ ਦੀ ਗਿਣਤੀ ਹੈ। ਔਰੰਗਜ਼ੇਬ ਨੇ ਜਿੱਥੇ ਜਿੱਥੇ ਸੁਨੇਹੇ ਭੇਜੇ ਕਿ ਜਾਓ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰਾ ਪਾਉਣਾ ਕਰੋ, ਔਰੰਗਜ਼ੇਬ ਦਾ ਸੁਨੇਹਾ ਮਿਲਦਿਆਂ ਵੱਖਰੇ ਵੱਖਰੇ ਇਲਾਕਿਆਂ 'ਚੋਂ ਫੌਜਾਂ ਚੜ੍ਹ ਕੇ ਇਹਨਾਂ ਦੀ 10 ਲੱਖ ਦੀ ਗਿਣਤੀ ਹੋ ਗਈ। ਇੰਨੀ ਵੱਡੀ ਫੌਜ ਹੈ ਔਰ ਇੰਨੇ ਇਲਾਕਿਆਂ ਦੇ ਵਿੱਚੋਂ ਆਈ ਹੈ ਕਿ ਇਹਨਾਂ ਦੀ ਭਾਸ਼ਾ ਆਪਸ ਵਿੱਚ ਸਮਝ ਨਹੀਂ ਆਉਂਦੀ ਹੈ ਕਿ ਇੱਕ ਦੂਜੇ ਨੂੰ ਕੀ ਕਹਿੰਦੇ, ਕੀ ਬੋਲਦੇ ਹਨ। ਸੋ ਇਸ ਤਰੀਕੇ ਦੇ ਨਾਲ ਇੰਨੀ ਵੱਡੀ ਫੌਜ ਜਿਹੜੀ ਹੈ ਉਹ ਮਹਾਰਾਜ ਸਾਹਿਬ ਜੀਆਂ ਨੂੰ ਘੇਰਨ ਵਾਸਤੇ ਇਹਨਾਂ ਨੇ ਲਿਆਂਦੀ ਹੈ। ਹਾਥੀਆਂ ਦੇ ਉੱਪਰ ਵੱਖਰੇ ਵੱਖਰੇ ਝੰਡੇ ਜਿਹੜੇ ਹਨ ਉਹ ਲੱਗੇ ਹੋਏ ਹਨ। ਸੈਲ ਹੈ ਸਪੰਖ ਤੁੰਗ ਇਤੇ ਉਤ ਧਾਵਤੇ। ਸੋ ਕਹਿਣ ਲੱਗੇ ਵੀ ਇਸ ਤਰੀਕੇ ਦੇ ਨਾਲ ਸੋ ਗੁਰਮੁਖੋ ਕਿ ਇਹ ਜਿਹੜੇ ਆਏ ਹੋਏ ਹਾਥੀ ਹਨ ਇਹਨਾਂ ਦੇ ਉੱਪਰ ਝੰਡੇ ਵੱਖ-ਵੱਖ ਫੌਜਾਂ ਦੇ ਲੱਗੇ ਹੋਏ ਅਤੇ ਉੱਚੇ ਉੱਚੇ ਕੱਦਾਂ ਵਾਲੇ ਜਿਹੜੇ ਹਾਥੀ ਹਨ ਉਹ ਤੁਰੇ ਫਿਰਦੇ ਹਨ। ਬਾਦਿਤ ਜੇ ਬਾਜਤ ਹੈ ਦੀਰ ਗੁੱਸੋ ਗਾਜਤ ਹੈ। ਗੁਰਮੁਖੋ ਬੜੇ ਬੜੇ ਮਾਰੂ ਵਾਜੇ ਫੌਜ ਵਿੱਚ ਜੋਸ਼ ਪੈਦਾ ਕਰਨ ਵਾਲੇ ਸੋ ਉਹ ਵਜਾਏ ਜਾ ਰਹੇ ਹਨ, ਜਿਨ੍ਹਾਂ ਦੀ ਗਿਣਤੀ ਜਿਹੜੀ ਹੈ ਉਹ ਬੇਸ਼ੁਮਾਰ ਆਪਾਂ ਕਹਿ ਸਕਦੇ ਹਾਂ। ਅਨੇਕ ਤੁਰੰਗ ਜਲ ਜੰਤ ਜਿਉ ਪਲਾਵਤੇ। ਗੁਰਮੁਖੋ ਘੋੜੇ ਇਸ ਤਰ੍ਹਾਂ ਛਾਲਾਂ ਮਾਰਦੇ ਪਏ ਜਿਵੇਂ ਪਾਣੀ ਦੇ ਵਿੱਚ ਮੱਛੀਆਂ ਛਾਲਾਂ ਮਾਰਦੀਆਂ, ਇੱਧਰ ਉੱਧਰ ਭੱਜੀਆਂ ਫਿਰਦੀਆਂ ਨਾ ਮੱਛੀਆਂ ਪਾਣੀ ਦੇ ਅੰਦਰ, ਜਾਂ ਪਾਣੀ ਦੇ ਵਿੱਚ ਡੱਡੂ ਜਿਵੇਂ ਛਾਲਾਂ ਮਾਰਦੇ। ਇਸ ਤਰੀਕੇ ਦੇ ਨਾਲ ਇਹ 10 ਲੱਖ ਦੀ ਵੱਡੀ ਫੌਜ ਜਿਹੜੀ ਹੈ, ਫੌਜ ਦੇ ਘੋੜੇ ਇਸ ਤਰ੍ਹਾਂ ਛਾਲਾਂ ਮਾਰਦੇ ਪਏ। ਬੜੀ ਖੁਸ਼ੀ ਹੈ ਮਨ ਦੇ ਵਿੱਚ ਵੀ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਹੁਣ ਫੜ ਹੀ ਲੈਣਾ ਹੈ। ਇਸ ਤਰ੍ਹਾਂ ਇਹਨਾਂ ਦੇ ਘੋੜੇ ਭੱਜੇ ਫਿਰਦੇ ਹਨ। ਸਾਂਗ ਸੇਲ ਸ਼ਕਤੀ ਸੋ ਤੁਮਰ ਤੁਰੰਗ ਭਏ। ਇਹਨਾਂ ਦੇ ਕੋਲ ਬੜੇ ਬੜੇ ਤਿੱਖੇ ਬਰਸ਼ੇ ਜਿਨ੍ਹਾਂ ਦੇ ਨਾਲ ਸਰੀਰ ਪਰੋਏ ਜਾਂਦੇ ਹਨ, ਬੜੇ ਬੜੇ ਭਾਰੀ ਇਹਨਾਂ ਦੇ ਕੋਲ ਨੇਜੇ ਨੇ, ਤਲਵਾਰਾਂ ਨੇ, ਅਤੇ ਇਸੇ ਤਰ੍ਹਾਂ ਨਿੱਕੀਆਂ ਬਰਸ਼ੀਆਂ, ਵੱਡੀਆਂ ਬਰਸ਼ੀਆਂ। ਇਹ ਇਹਨਾਂ ਦੀਆਂ ਫੌਜੀਆਂ ਦੇ ਸ਼ਸਤਰ ਨੇ ਜਿਹੜੇ ਇਹਨਾਂ ਦੇ ਕੋਲ ਪਏ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ। ਭੁਖਤ ਪਲੀਤੇ ਵੜ ਵਾਗਨ ਉਠਾਵਤੇ। ਇਸ ਤਰੀਕੇ ਦੇ ਨਾਲ ਪਲੀਤੇ ਧੁਖਾਏ ਜਾ ਰਹੇ ਨੇ। ਬੰਦੂਕਾਂ ਉਸ ਵੇਲੇ ਤੋੜੇਦਾਰ ਹੋਇਆ ਕਰਦੀਆਂ ਸਨ ਅਤੇ ਉਹ ਜਿਸ ਵੇਲੇ ਉਹਨਾਂ ਦੇ ਪਲੀਤਿਆਂ ਨੂੰ ਅੱਗ ਲਾਈ ਜਾਂਦੀ ਸੀ, ਤੋੜੇਦਾਰ ਬੰਦੂਕਾਂ ਫਿਰ ਚੱਲਦੀਆਂ, ਤਿਆਰ ਤਿਆਰ ਕਰਕੇ ਇਸ ਤਰ੍ਹਾਂ ਰੱਖੀਆਂ ਹੋਈਆਂ ਹਨ। ਗ੍ਰਾਮ ਚਮਕੌਰ ਕੈ ਜਹਾਜ਼ ਕੋ ਸਮਾਜ ਭਰਿਓ। ਕਹਿਣ ਲੱਗੇ ਇਹ ਜਿਹੜਾ ਚਮਕੌਰ ਸਾਹਿਬ ਹੈ ਨਾ ਗੁਰਮੁਖੋ, ਇਹ ਤੋਂ ਸਮਝ ਲਓ ਵੀ ਇੱਕ ਜਹਾਜ਼ ਹੈ। ਜਿਵੇਂ ਸਮੁੰਦਰ ਦੇ ਵਿੱਚ ਜਹਾਜ਼ ਹੁੰਦਾ ਹੈ ਨਾ, ਇਹ ਚਮਕੌਰ ਸਾਹਿਬ ਦਾ ਨਗਰ ਤੇ ਅੱਜ ਸਮਝ ਲਓ ਵੀ ਇੱਕ ਜਹਾਜ਼ ਬਣ ਗਿਆ ਹੈ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਸ ਜਹਾਜ਼ ਨੂੰ ਤਾਰਨ ਵਾਲੇ ਨੇ। ਸੋ ਮਹਾਰਾਜ ਸਾਹਿਬ ਜੀ ਐਸੀ ਕਿਰਪਾ ਕਰ ਰਿਹਾ। ਕਹਿਣ ਲੱਗੇ ਸਮਝ ਲਓ ਵੀ ਇਹ ਚਮਕੌਰ ਸਾਹਿਬ ਤੇ ਗੁਰਮੁਖੋ ਇੱਕ ਜਹਾਜ਼ ਹੈ। ਚਾਹਤ ਡੁਬੋਇਓ ਗੁਰ ਕੇ ਵਟ ਤਰਾਵਤੇ। ਇਹ ਚਾਹੁੰਦੇ ਨੇ ਡਬੋਣਾ, ਜਿੰਨੀਆਂ ਫੌਜਾਂ ਚੜ੍ਹ ਕੇ ਆ ਗਈਆਂ ਨਾ, ਇਹ ਚਮਕੌਰ ਸਾਹਿਬ ਰੂਪੀ ਜਹਾਜ਼ ਨੂੰ ਡਬੋਣਾ ਚਾਹੁੰਦੀਆਂ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਜਹਾਜ਼ ਦੇ ਮਲਾਹ ਨੇ, ਚਲਾਉਣ ਵਾਲੇ। ਮਹਾਰਾਜ ਨੇ ਇਸ ਜਹਾਜ਼ ਨੂੰ ਉਤਾਰ ਦੇਣਾ ਹੈ। 10 ਲੱਖ ਦੀ ਫੌਜ ਡਬੋਣ ਵਾਸਤੇ ਆਈ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਐਸੇ ਨੇ ਜਿਨ੍ਹਾਂ ਨੇ ਇਸ ਜਹਾਜ਼ ਨੂੰ ਪਾਣੀ ਵਿੱਚ ਤਾਰ ਦੇਣਾ ਹੈ। ਜ਼ੋਰਾਵਰ ਸਿੰਘ ਅਜੀਤ ਸਿੰਘ ਵੀਰ ਜੁਗ। ਇਧਰ ਮਹਾਰਾਜ ਸਾਹਿਬ ਜੀਆਂ ਦੇ ਦੋਨੇ ਸਾਹਿਬਜ਼ਾਦੇ ਧੰਨ ਬਾਬਾ ਅਜੀਤ ਸਿੰਘ ਜੀ ਜਿਹੜੇ ਵੱਡੇ ਨੇ ਤੇ ਧੰਨ ਬਾਬਾ ਜੁਝਾਰ ਸਿੰਘ ਜੀ ਜਿਹੜੇ ਛੋਟੇ ਹਨ, ਇਹ ਵੀ ਮਹਾਰਾਜ ਸਾਹਿਬ ਜੀਆਂ ਦੇ ਨਾਲ ਹਨ। ਇਸ ਵੇਲੇ ਚਮਕੌਰ ਦੀ ਗੜੀ ਦੇ ਅੰਦਰ ਦਇਆ ਸਿੰਘ ਆਦ ਪੰਜ ਸਿੰਘ ਧੀਰ ਧੀਰਜੇ। ਤੇ ਮਹਾਰਾਜ ਜੀਆਂ ਦੇ ਉਸ ਵੇਲੇ 5 ਜਿਹੜੇ ਪਿਆਰੇ ਹਨ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ।
ਇਹ ਮਹਾਰਾਜ ਜੀਆਂ ਦੇ ਪੰਜ ਪਿਆਰੇ ਵੀ ਇਸ ਵੇਲੇ ਇਸ ਗੜੀ ਦੇ ਅੰਦਰ ਚਮਕੌਰ ਦੇ ਅੰਦਰ ਬਿਰਾਜੇ ਹੋਏ ਹਨ। ਮੁਕਤੇ ਸੋ ਪੰਜ ਸਿੰਘ ਮਾਨ ਸਿੰਘ ਧਿਆਨ ਸਿੰਘ। ਨਾਲ ਹੀ ਮਹਾਰਾਜ ਦੇ ਇਹਦੇ ਵਿੱਚ ਪੰਜ ਮੁਕਤੇ ਸਿੰਘ ਵੀ ਨੇ। ਪੰਜ ਮੁਕਤੇ ਵੀ ਮਹਾਰਾਜ ਦੇ ਸ਼ਹੀਦ ਹੋਏ ਚਮਕੌਰ ਦੀ ਗੜੀ ਦੇ ਅੰਦਰ। ਇਹਨਾਂ ਪੰਜ ਮੁਕਤਿਆਂ ਦੇ ਨਾਮ ਹਨ। ਇੱਕ ਦਾ ਨਾਮ ਹੈ ਭਾਈ ਮਾਨ ਸਿੰਘ, ਜਿਹੜੇ ਮਹਾਰਾਜ ਜੀਆਂ ਦੇ ਨਾਲ ਹੀ ਇੱਥੋਂ ਨਿਕਲੇ ਸਨ ਚਮਕੌਰ ਦੀ ਗੜੀ ਵਿੱਚੋਂ। ਅਤੇ ਇਸੇ ਤਰ੍ਹਾਂ ਦੂਜੇ ਨੇ ਭਾਈ ਧਿਆਨ ਸਿੰਘ, ਤੀਜੇ ਨੇ ਭਾਈ ਦਾਨ ਸਿੰਘ। ਇਹ ਮਹਾਰਾਜ ਦੇ ਪੰਜਾਂ ਮੁਕਤਿਆਂ ਦੇ ਨਾਮ ਹਨ, ਜਿਨ੍ਹਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ ਨਾ ਪੰਜਾਂ ਪਿਆਰਿਆਂ ਤੋਂ ਬਾਅਦ ਵਿੱਚ। ਉਹਨਾਂ ਨੂੰ ਮੁਕਤੇ ਦਾ ਖਿਤਾਬ ਦਿੱਤਾ ਮਹਾਰਾਜ ਸਾਹਿਬ ਜੀਆਂ ਨੇ। ਮਾਨ ਸਿੰਘ, ਧਿਆਨ ਸਿੰਘ, ਦਾਨ ਸਿੰਘ ਇਹਨਾਂ ਸੂਰਮਿਆਂ ਦੇ ਨਾਮ ਹਨ। ਦਾਨ ਸਿੰਘ ਧੰਨਾ ਸਿੰਘ ਜਾਮੈ ਵੀਰ ਵੀਰ ਜੇ। ਇਸੇ ਤਰ੍ਹਾਂ ਭਾਈ ਦਾਨ ਸਿੰਘ ਤੇ ਭਾਈ ਧੰਨਾ ਸਿੰਘ ਇਹ ਇਹਨਾਂ ਸੂਰਮਿਆਂ ਦੇ ਨਾਮ ਹਨ, ਜਿਹੜੇ ਕਿ ਮਹਾਰਾਜ ਸਾਹਿਬ ਜੀਆਂ ਦੇ ਨਾਲ ਗੁਰਮੁਖੋ ਇਸ ਵੇਲੇ ਡਟੇ ਹੋਏ ਨੇ ਚਮਕੌਰ ਦੀ ਗੜੀ ਦੇ ਅੰਦਰ ਜੰਗ ਕਰਨ ਵਾਸਤੇ। ਆਲਮ ਮਿਰਦੰਗ ਸ਼ਿਆਮ ਸਿੰਘ ਜੋ ਮੋਹਰ ਸਿੰਘ। ਇਸੇ ਤਰ੍ਹਾਂ ਮਹਾਰਾਜ ਦੇ ਸੂਰਮੇ ਭਾਈ ਆਲਮ ਸਿੰਘ, ਜਿਹੜੇ ਸ਼ੇਰ ਦੇ ਵੱਤ ਬੜੇ ਭਾਰੀ ਸੂਰਮੇ ਹਨ। ਇਸੇ ਤਰ੍ਹਾਂ ਭਾਈ ਸ਼ਿਆਮ ਸਿੰਘ ਤੇ ਭਾਈ ਮੋਹਰ ਸਿੰਘ ਇਹਨਾਂ ਸਿੰਘਾਂ ਦੇ ਨਾਮ ਨੇ, ਜਿਹੜੇ ਇਸ ਵੇਲੇ ਗੜੀ ਦੇ ਵਿੱਚ ਨੇ, ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ। ਇਹ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਮਹਾਰਾਜ ਦੇ ਸਿੰਘ, ਇਹ ਉਹਨਾਂ ਦੇ ਨਾਮ ਆਪਾਂ ਮਹਾਂਪੁਰਖਾਂ ਦੇ ਸਰਵਨ ਕਰ ਰਹੇ ਹਾਂ, ਜਿਨ੍ਹਾਂ ਨੇ ਇਸ ਜੰਗ ਦੇ ਵਿੱਚ ਆਪਣੀਆਂ ਕੁਰਬਾਨੀਆਂ ਕਰਨੀਆਂ ਹਨ। ਵੀਰ ਸਿੰਘ ਸੁਖਾ ਸਿੰਘ ਸੰਤ ਸਿੰਘ ਤੀਰ ਜੇ। ਇਸੇ ਤਰ੍ਹਾਂ ਇੱਕ ਦਾ ਨਾਮ ਹੈ ਭਾਈ ਵੀਰ ਸਿੰਘ, ਭਾਈ ਸੁਖਾ ਸਿੰਘ ਤੇ ਭਾਈ ਸੰਤ ਸਿੰਘ। ਇਹ ਸਾਰੇ ਸਿੰਘ ਮਹਾਰਾਜ ਜੀਆਂ ਦੇ ਇਸ ਵੇਲੇ ਜੰਗ ਵਾਸਤੇ ਤਿਆਰ ਹਨ। ਕੋਠਾ ਸਿੰਘ ਏਕ ਰੰਗਰੇਟਾ ਸਿੰਘ ਜਾਨੀਏ। ਇਹਨਾਂ ਦੇ ਵਿੱਚ ਇੱਕ ਸਿੰਘ ਹੈ ਭਾਈ ਕੋਠਾ ਸਿੰਘ, ਔਰ ਇਹ ਰੰਗਰੇਟਾ ਸਿੰਘ ਹੈ ਮਹਾਰਾਜ ਸਾਹਿਬ ਜੀਆਂ ਦਾ। ਇਹ ਵੀ ਜੰਗ ਕਰਨ ਵਾਸਤੇ ਨਾਲ ਮਹਾਰਾਜ ਜੀਆਂ ਦੇ ਗੜੀ ਦੇ ਅੰਦਰ ਹੈ। ਨਾਮ ਹੈ ਭਾਈ ਕੋਠਾ ਸਿੰਘ ਅਤੇ ਰੰਗਰੇਟਾ ਇਹ ਗੁਰੂ ਕਾ ਸਿੱਖ ਹੈ। ਇਹ ਵੀ ਮਹਾਰਾਜ ਜੀਆਂ ਦੇ ਨਾਲ ਇਸ ਵੇਲੇ ਤਿਆਰ ਹੋ ਕੇ ਜੰਗ ਲੜਨ ਵਾਸਤੇ ਪੂਰਾ ਸਾਵਧਾਨ ਹੈ। ਏਕ ਰਵਦਾਸੀਆ ਮਦਨ ਸਿੰਘ ਵੀਰ ਜੈ। ਇੱਕ ਸਿੰਘ ਹੋਰ ਹੈ, ਉਹਦਾ ਨਾਮ ਹੈ ਭਾਈ ਮਦਨ ਸਿੰਘ। ਇਹ ਰਵਦਾਸੀਆ ਸਿੰਘ ਹੈ। ਸੋ ਰਵਦਾਸੀਆ ਬਰਾਦਰੀ ਦੇ ਨਾਲ ਸੰਬੰਧ ਰੱਖਣ ਵਾਲਾ ਇਹ ਗੁਰੂ ਕਾ ਸਿੱਖ ਨਾਮ ਹੈ ਭਾਈ ਮਦਨ ਸਿੰਘ। ਇਸ ਨੇ ਵੀ ਬੜਾ ਭਾਰੀ ਡਾਢਾ ਜੰਗ ਕਰਨਾ ਚਮਕੌਰ ਦੀ ਗੜੀ ਦੇ ਅੰਦਰ। ਇਹ ਵੀ ਤਿਆਰ ਹੋ ਕੇ ਮਹਾਰਾਜ ਦੀ ਸੇਵਾ ਵਿੱਚ ਖੜਿਆ ਹੋਇਆ ਹੈ। ਕੱਢ ਮੈਂ ਸੁਚੇਤ ਭਏ ਲੱਖੋਂ ਦਲ ਦੇਖ ਲਏ। ਗੁਰਮੁਖੋ ਇੱਕ ਪਾਸੇ ਤੇ ਇਹ 40 ਗਿਣਤੀ ਦੇ ਸਿੰਘ ਨੇ, ਭੁੱਖੇ ਵੀ ਨੇ, ਪਿਆਸੇ ਵੀ ਨੇ, ਕੋਲ ਚੰਗੇ ਸ਼ਸਤਰ ਵੀ ਨਹੀਂ ਔਰ ਜ਼ਖਮੀ ਵੀ ਹੋ ਚੁੱਕੇ। ਦੂਸਰੇ ਪਾਸੇ 10 ਲੱਖ ਦੀ ਗਿਣਤੀ ਦੀ ਫੌਜ ਨੇ ਘੇਰਾ ਆ ਕੇ ਚਮਕੌਰ ਨੂੰ ਪਾ ਲਿਆ ਹੈ। ਬਾਕੀ ਦੀ ਫੌਜ ਅਜੇ ਪਿੱਛੇ ਤੁਰੇ ਆਉਂਦੀ ਹੈ, ਜਿਹੜੀ ਰੋਪੜ ਤੋਂ ਦੌੜੀ ਹੈ, ਜਿਨ੍ਹਾਂ ਨੂੰ ਹੁਣ ਪਤਾ ਲੱਗਾ ਵੀ ਮਹਾਰਾਜ ਚਮਕੌਰ ਪਹੁੰਚ ਗਏ ਨੇ। ਇਹ ਜਿਹੜੀਆਂ ਫੌਜਾਂ ਹਨ ਇਹ ਰੋਪੜ ਤੋਂ ਭੱਜ ਪਈਆਂ ਵੀ ਅਸੀਂ ਛੇਤੀ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਫੜ ਲਈਏ, ਕਿਉਂਕਿ ਜਿਹੜੀ ਦਿੱਲੀ ਤੋਂ ਫੌਜ ਆਈ ਹੈ, ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਫੜ ਲਿਆ ਤੇ ਬਾਦਸ਼ਾਹ ਦੀ ਖੁਸ਼ੀ ਉਹਨਾਂ ਤੇ ਹੋਵੇਗੀ, ਅਸੀਂ ਪਿੱਛੇ ਰਹਿ ਜਾਵਾਂਗੇ। ਅਸੀਂ 8 ਮਹੀਨੇ ਤੋਂ ਮਹਾਰਾਜ ਨੂੰ ਘੇਰਾ ਪਾ ਕੇ ਬੈਠੇ ਹਾਂ। ਇਸ ਕਰਕੇ ਛੇਤੀ ਨਾਲ ਇਨਾਮ ਲੈਣ ਵਾਸਤੇ ਔਰ ਆਪਣੀ ਸ਼ੋਭਾ ਕਰਾਉਣ ਵਾਸਤੇ ਇਹ ਵੀ ਦੌੜ ਪਏ ਰੋਪੜ ਤੋਂ ਮਹਾਰਾਜ ਨੂੰ ਫੜਨ ਵਾਸਤੇ। ਪਰ ਕਹਿਣ ਲੱਗੇ ਗੁਰਮੁਖੋ 10 ਲੱਖ ਦੀ ਗਿਣਤੀ ਦਾ ਘੇਰਾ ਵੇਖ ਕੇ ਜਿਹੜੇ 40 ਸਿੰਘ ਨੇ ਮਹਾਰਾਜ ਦੇ ਘਬਰਾਏ ਨਹੀਂ, ਡਰੇ ਨਹੀਂ ਜਾਂ ਡੋਲੇ ਨਹੀਂ, ਜਾਂ ਇਹ ਨਹੀਂ ਆਖਿਆ ਮਹਾਰਾਜ ਭੱਜ ਚੱਲੀਏ ਜਾਂ ਕਿਤੇ ਚਲੇ ਚੱਲੀਏ। ਵੇਖ ਕੇ ਆਈ ਹੋਈ ਫੌਜ ਨੂੰ ਸੂਰਮਿਆਂ ਦੇ ਮਨਾਂ ਦੇ ਵਿੱਚ ਸਗੋਂ ਹੋਰ ਹਿੰਮਤ ਪੈਦਾ ਹੋਈ ਹੈ। ਇਹ ਕੌਤਕ ਮਹਾਰਾਜ ਆਪ ਜਾਣ ਬੁੱਝ ਕੇ ਕਰਦੇ ਪਏ। ਜੇ ਚਾਹੁੰਦੇ ਤੇ ਮਹਾਰਾਜ ਇੱਥੋਂ ਆਸਾ ਪਾਸਾ ਕਰਕੇ ਅੱਗੇ ਲੰਘ ਸਕਦੇ, ਪਰ ਇਹ ਜਗ੍ਹਾ ਮਹਾਰਾਜ ਨੇ ਆਪ ਚੁਣੀ ਹੈ ਜੰਗ ਕਰਨ ਵਾਸਤੇ। ਇੱਥੇ ਮਹਾਰਾਜ ਜੀਆਂ ਨੇ ਐਸੇ ਕੌਤਕ ਵਰਤਾਉਣੇ ਹਨ। ਬੋਲੇ ਸ਼੍ਰੀ ਗੋਬਿੰਦ ਸਿੰਘ ਸੁਨੋ ਬਾਕ ਖਾਲਸਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਬਚਨ ਆਖਿਆ। ਕਹਿਣ ਲੱਗੇ ਖਾਲਸਾ ਜੀ, ਸਾਡਾ ਬਚਨ ਹੁਣ ਧਿਆਨ ਦੇ ਨਾਲ ਸੁਣੋ, ਜੋ ਅਸੀਂ ਤੁਹਾਨੂੰ ਕਹਿਣ ਲੱਗੇ ਹਾਂ। ਮਹਾਰਾਜ ਫਰਮਾਉਂਦੇ ਹਨ, ਸਭ ਕੋ ਹਟਾਏ ਰਹੇ ਪਤੇ ਕੋ ਦਿਖਾਏ ਰਹੇ। ਮਹਾਰਾਜ ਕਹਿਣ ਲੱਗੇ ਖਾਲਸਾ ਜੀ, ਤੁਹਾਨੂੰ ਹਟਾਇਆ ਸੀ ਨਾ ਅਨੰਦਪੁਰ ਸਾਹਿਬ ਬਚਨ ਕਰਕੇ ਵੀ ਗੁਰੂ ਕਿਉ ਸਿੱਖੋ ਅਨੰਦਪੁਰ ਨਾ ਛੱਡਿਓ। ਤੁਹਾਡਾ ਇੱਥੇ ਜਿਹੜਾ ਹੈ ਉਹ ਸੁੱਖ ਹੈ, ਛੱਡ ਕੇ ਜਾਓਗੇ ਤੇ ਦੁੱਖ ਹੈ। ਤੁਸੀਂ ਆਖਿਆ ਨਹੀਂ ਮਹਾਰਾਜ ਇੱਥੇ ਰਿਹਾ ਨਹੀਂ ਜਾਂਦਾ ਹੈ। ਮਹਾਰਾਜ ਨੇ ਆਖਿਆ 20 ਦਿਨ ਦਾ ਸਮਾਂ ਇੱਥੇ ਕੱਟ ਲਈਏ ਹੋਰ, ਤੇ ਇਹ ਸਾਰਾ ਮੋਰਚਾ ਫਤਿਹ ਹੋ ਜਾਣਾ ਹੈ।
ਕਰਦਿਆਂ ਕਰਦਿਆਂ ਸਿੱਖਾਂ ਨੇ ਆਖਿਆ ਮਹਾਰਾਜ 20 ਦਿਨ ਬਹੁਤੇ ਜ਼ਿਆਦਾ, ਫਿਰ 15 ਦਿਨ ਕਹਿ ਦਿੱਤੇ, ਫਿਰ 10 ਦਿਨ ਕਹਿ ਦਿੱਤੇ। ਫਿਰ ਮਹਾਰਾਜ ਨੇ ਅਖੀਰ ਤੇ ਆ ਕੇ 7 ਦਿਨ ਹੀ ਕਹਿ ਦਿੱਤੇ। ਕਹਿਣ ਲੱਗੇ ਚਲੋ ਫਿਰ 7 ਦਿਨ ਰੁਕ ਜਾਓ ਭਾਈ, 7 ਦਿਨਾਂ ਵਿੱਚ ਇੱਥੇ ਬੈਠਿਆਂ ਹੀ ਸਭ ਕੁਝ ਮਿਲ ਜਾਏਗਾ। ਫਿਰ ਆਖਿਆ ਮਹਾਰਾਜ ਨਹੀਂ 7 ਦਿਨ ਨਹੀਂ ਹੁਣ ਤੇ 7 ਘੰਟੇ ਨਹੀਂ ਰੁਕਿਆ ਜਾਂਦਾ ਹੈ। ਪਾਤਸ਼ਾਹ ਨੇ ਸੁਭਾਵਿਕ ਹੀ ਆਖਿਆ, ਕਹਿਣ ਲੱਗੇ ਫਿਰ ਇਹਨਾਂ 7 ਦਿਨਾਂ ਵਿੱਚ ਬੜੀ ਭਾਰੀ ਸ਼ਹਾਦਤ ਦਾ ਸਮਾਂ ਪਵੇਗਾ। ਉਹ ਬਚਨ ਮਹਾਰਾਜ ਸਾਹਿਬ ਜੀਆਂ ਦੇ। ਸੋ ਇੱਥੇ ਹੁਣ ਬਚਨ ਕਰਦੇ ਪਏ, ਕਹਿੰਦੇ ਖਾਲਸਾ ਜੀ ਤੁਹਾਨੂੰ ਹਟਾਇਆ ਸੀ ਨਾ ਵੀ ਰੁਕ ਜਾਓ ਭਾਈ, ਅਨੰਦਪੁਰ ਸਾਹਿਬ ਨੂੰ ਛੱਡ ਕੇ ਨਾ ਚਲੋ, ਪਰ ਤੁਸੀਂ ਸਾਡਾ ਬਚਨ ਮੰਨਿਆ ਨਹੀਂ। ਅਸੀਂ ਤੁਹਾਨੂੰ ਸਾਰੀਆਂ ਨਿਸ਼ਾਨੀਆਂ ਵਿਖਾ ਦਿੱਤੀਆਂ। ਆਹ ਵੇਖੋ ਇਹਨਾਂ ਲੋਕਾਂ ਦੇ ਝੂਠੇ ਵਾਅਦੇ, ਝੂਠੀਆਂ ਕਸਮਾਂ ਨੇ, ਪਰ ਤੁਸੀਂ ਸਾਡੇ ਬਚਨ ਨੂੰ ਮੰਨਿਆ ਨਹੀਂ ਹੈ। ਦਗੇ ਕੋ ਬਤਾਏ ਰਹੇ ਸ਼ਤਰਨ ਕੀ ਲਾਲਸਾ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤੁਹਾਨੂੰ ਦੱਸਦੇ ਰਹਿ ਵੀ ਇਹ ਲੋਕ ਦਗਾ ਕਰਨ ਵਾਲੇ, ਧੋਖਾ ਕਰਨ ਵਾਲੇ। ਮਹਾਰਾਜ ਜੀਆਂ ਨੇ ਇੱਕ ਵਾਰੀ ਆਪਣਾ ਝੂਠਾ ਹੀ ਖਜ਼ਾਨਾ ਬਾਹਰ ਕੱਢ ਲਿਆ ਸੀਗਾ। ਸੋ ਬਲਦਾਂ ਦੇ ਉੱਪਰ ਲੱਦ ਕੇ ਜਿਹੜੇ ਟੁੱਟੇ ਛਿੱਤਰ ਵਗੈਰਾ ਹੱਡ ਤੇ ਸੋਹਣੇ ਕੱਪੜੇ ਪਾ ਕੇ ਬਾਹਰ ਕੱਢੇ ਤੇ ਲੁੱਟ ਕੇ ਲੈ ਗਏ ਸਨ। ਉਸ ਵੇਲੇ ਮੁਗਲਾਂ ਦੀ ਫੌਜ ਦੇ ਸਿਪਾਹੀ ਮਹਾਰਾਜ ਨੇ ਵਿਖਾਇਆ ਸੀ, ਉਹ ਵੇਖੋ ਖਾਲਸਾ ਜੀ ਇਹਨਾਂ ਨੇ ਕਸਮਾਂ ਤੋੜ ਕੇ ਤੇ ਖਜ਼ਾਨੇ ਦੇ ਉੱਪਰ ਪੈ ਗਿਆ ਟੁੱਟ ਕੇ। ਐਸੇ ਤਰ੍ਹਾਂ ਇਹਨਾਂ ਨੇ ਤੁਹਾਡੇ ਤੇ ਪੈ ਜਾਣਾ ਹੈ। ਮਹਾਰਾਜ ਕਹਿੰਦੇ ਅਸੀਂ ਤੁਹਾਨੂੰ ਪੂਰੀਆਂ ਨਿਸ਼ਾਨੀਆਂ ਵਿਖਾਈਆਂ, ਸਭ ਕੁਝ ਇਹਨਾਂ ਦਾ ਵਿਖਾਇਆ ਸੀ ਵੀ ਇਸ ਤਰ੍ਹਾਂ ਇਹਨਾਂ ਨੇ ਕਰਨਾ ਹੈ, ਪਰ ਤੁਸੀਂ ਫਿਰ ਵੀ ਸਾਡੇ ਬਚਨ ਨੂੰ ਮੰਨਿਆ ਨਹੀਂ ਹੈ। ਸਿੱਖਿਆ ਕੋ ਸਿਖਾਏ ਰਹੇ ਸੁਖ ਦੇ ਲੁਭਾਏ ਰਹੇ। ਪਾਤਸ਼ਾਹ ਕਹਿਣ ਲੱਗੇ ਤੁਹਾਨੂੰ ਸਿੱਖਿਆ ਵੀ ਦਿੱਤੀ ਹੈ ਅਤੇ ਫਿਰ ਤੁਹਾਨੂੰ ਆਖਿਆ ਸੀ ਵੀ ਆਉਣ ਵਾਲੇ ਸਮੇਂ ਵਿੱਚ ਸੁੱਖ ਬੜਾ ਹੀ ਮਿਲੇਗਾ, ਇਹ ਵੀ ਤੁਹਾਨੂੰ ਬਚਨ ਕੀਤਾ। ਤੁਸੀਂ ਨਾ ਤੇ ਸੁੱਖ ਲੈਣ ਵਾਲਾ ਬਚਨ ਮੰਨਿਆ, ਨਾ ਸਾਡੀ ਸਿੱਖਿਆ ਲੈਣ ਵਾਲਾ ਬਚਨ ਮੰਨਿਆ ਹੈ। ਸੋ ਇਹਨਾਂ ਦੋਵਾਂ ਬਚਨਾਂ ਤੋਂ ਤੁਸੀਂ ਪਿੱਛੇ ਹਟ ਗਏ ਹੋ। ਦੁੱਖ ਕੋ ਸੁਣਾਏ ਰਹੇ ਜੈ ਬੋ ਲਖੋ ਕਾਲਸਾ। ਤੇ ਮਹਾਰਾਜ ਕਹਿਣ ਲੱਗੇ ਤੁਸੀਂ ਸਾਨੂੰ ਉਸ ਵੇਲੇ ਆਪਣਾ ਦੁੱਖ ਹੀ ਸੁਣਾਉਂਦੇ ਰਹੇ। ਮਹਾਰਾਜ ਨੇ ਆਖਿਆ ਖਾਲਸਾ ਜੀ 7 ਦਿਨ ਰੁਕ ਜਾਈਏ ਨਾ, ਇੱਥੇ ਬੈਠਿਆਂ ਹੀ ਰਾਜ ਮਿਲੇਗਾ, ਸਾਰੇ ਸੁੱਖ ਮਿਲ ਜਾਣਗੇ। ਤੇ ਉਸ ਵੇਲੇ ਖਾਲਸੇ ਨੇ ਆਖਿਆ ਸੀ ਨਹੀਂ ਮਹਾਰਾਜ ਜੀ 7 ਦਿਨ ਨਹੀਂ 7 ਘੰਟੇ ਕੱਢਣੇ ਇੱਥੇ ਔਖੇ ਹੋ ਗਏ, 7 ਘੜੀਆਂ ਨਹੀਂ ਕੱਢੀਆਂ ਜਾਣਗੀਆਂ, ਜਾਣਾ ਹੀ ਜ਼ਰੂਰੀ ਬਣਦਾ ਹੈ। ਇਹ ਬਚਨ ਸੁਣਿਆ। ਮਹਾਰਾਜ ਕਹਿਣ ਲੱਗੇ ਜੈਬੇ ਲਗੋ ਖਾਲਸਾ। ਹੁਣ ਭਾਈ ਮੌਤ ਵਰਗਾ ਸਮਾਂ ਆ ਕੇ ਬਣ ਗਿਆ ਖਾਲਸਾ ਜੀ। ਹੁਣ ਤੁਸੀਂ ਇਹ ਮਤਾ ਸੋਚਿਓ ਵੀ ਇੱਥੋਂ ਵੀ ਅੱਗੇ ਚਲੇ ਜਾਣਾ ਹੈ। ਨਹੀਂ ਹੁਣ ਸਮਾਂ ਆ ਗਿਆ ਸ਼ਹਾਦਤ ਪਾਉਣ ਦਾ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਕਟ ਮਰੈ ਕਬਹੂ ਨਾ ਛੱਡੈ ਖੇਤ। ਇਸ ਵੇਲੇ ਹੁਣ ਇਹ ਮੈਦਾਨ ਛੱਡ ਕੇ ਜਾਣਾ ਨਹੀਂ ਬੰਨਾ ਹੈ, ਹੁਣ ਇੱਥੇ ਜੂਝਣ ਦਾ ਸਮਾਂ ਆ ਗਿਆ ਹੈ। ਰਹਿਬੋ ਮਨਾਏ ਰਹੇ ਬੇਰੁਖ ਬਣਾਏ ਰਹੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਤੁਹਾਨੂੰ ਮਨਾਉਂਦੇ ਰਹਿ ਪੋ ਭਾਈ, ਰਹਿ ਪੋ ਖਾਲਸਾ ਜੀ, ਨਾ ਚੱਲੋ ਅਨੰਦਪੁਰ ਸਾਹਿਬ ਨੂੰ ਛੱਡ ਕੇ, ਤੁਸੀਂ ਬਚਨ ਨਹੀਂ ਮੰਨਿਆ। ਫਿਰ ਸਤਿਗੁਰੂ ਕਹਿੰਦੇ ਅਸੀਂ ਤੁਹਾਡੇ ਤੋਂ ਥੋੜ੍ਹੀ ਬੇਰੁਖੀ ਵੀ ਵਿਖਾਈ, ਤੁਹਾਨੂੰ ਥੋੜ੍ਹਾ ਝਿੜਕਿਆ, ਅਸੀਂ ਉਸ ਵੇਲੇ ਥੋੜ੍ਹਾ ਗੁੱਸੇ ਵੀ ਹੋਏ, ਤੁਹਾਡੇ ਨਾਲ ਬਚਨ ਬਲਾਸ ਕਰਨੇ ਵੀ ਅਸੀਂ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤੇ ਵੀ ਚਲੋ ਸਾਡੀ ਬੇਰੁਖੀ ਵੇਖ ਕੇ ਹੋ ਸਕਦਾ ਤੁਸੀਂ ਮੰਨ ਜਾਓ, ਪਰ ਨਹੀਂ ਤੁਸੀਂ ਕਿਸੇ ਤਰੀਕੇ ਨਾਲ ਵੀ ਮੰਨੇ ਨਹੀਂ। ਤੁਸੀਂ ਉਸ ਵੇਲੇ ਜਾਣ ਦੀ ਹੱਠ ਕੀਤੀ ਹੈ। ਮਿਰਤੂ ਤੇ ਬਚਾਏ ਰਹੇ ਧਰਿਓ ਹੱਠ ਬਾਲਸਾ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਤੁਹਾਨੂੰ ਮੌਤ ਤੋਂ ਬਚਾਉਣਾ ਚਾਹੁੰਦੇ ਸੀ ਵੀ ਅਜੇ ਇਹਨਾਂ ਨੂੰ ਜ਼ਿੰਦਗੀ ਦਈਏ, ਆਪਣੇ ਖਾਲਸੇ ਨੂੰ ਹੋਰ ਲੰਮੀ ਜ਼ਿੰਦਗੀ ਬਖਸ਼ਿਸ਼ ਕਰ ਦਈਏ। ਅਸੀਂ ਤੁਹਾਨੂੰ ਬਚਾਉਣ ਵਾਸਤੇ ਆਖਿਆ ਸੀ ਰੁਕ ਜਾਓ ਭਾਈ, ਤੁਸੀਂ ਰੁਕੇ ਨਹੀਂ। ਤੁਸੀਂ ਜਿੱਦ ਇਸ ਤਰ੍ਹਾਂ ਦੀ ਕੀਤੀ ਹੈ ਜਿਵੇਂ ਇੱਕ ਛੋਟਾ ਜਿਹਾ ਬੱਚਾ ਜਿੱਦ ਕਰਦਾ ਹੈ, ਭਾਵੇਂ ਸਾਰੇ ਹੀ ਸਮਾਨ ਬੱਚੇ ਦੇ ਕੋਲ ਹੋਣ, ਖਾਣ ਵਾਲੇ, ਪੀਣ ਵਾਲੇ, ਖੇਡਣ ਵਾਲੇ, ਪਰ ਬੱਚਾ ਜਿਹੜੀ ਚੀਜ਼ ਤੇ ਜਿੱਦ ਕਰ ਲੈਂਦਾ ਹੈ ਉਹ ਜਿੰਨਾ ਚਿਰ ਪੂਰੀ ਨਹੀਂ ਹੁੰਦੀ ਉਹਨਾਂ ਚਿਰ ਉਸੇ ਬਚਨ ਦੇ ਉੱਪਰ ਹੀ ਟਿਕਿਆ ਰਹਿੰਦਾ ਹੈ। ਮਹਾਰਾਜ ਕਹਿੰਦੇ ਖਾਲਸਾ ਜੀ ਤੁਸੀਂ ਤੇ ਇਸ ਤਰ੍ਹਾਂ ਸਾਡੇ ਨਾਲ ਜਿੱਦ ਕੀਤੀ ਜਿਵੇਂ ਇੱਕ ਛੋਟਾ ਜਿਹਾ ਬੱਚਾ ਜਿੱਦ ਕਰ ਲੈਂਦਾ ਹੈ। ਤੁਸੀਂ ਤੇ ਬਚਨ ਜਿੱਤੇ ਲਿਆ ਕੇ ਖੜਾ ਕਰ ਦਿੱਤਾ ਵੀ ਨਹੀਂ ਮਹਾਰਾਜ ਰਹਿਣਾ ਹੀ ਨਹੀਂ ਹੈ, ਜਾਣਾ ਹੀ ਜਾਣਾ ਹੈ। ਅਸੀਂ ਤੇ ਤੁਹਾਨੂੰ ਬਚਾਉਣਾ ਚਾਹੁੰਦੇ ਸਾਂ ਵੀ ਅਜੇ ਸ਼ਹਾਦਤ ਨਾ ਹੋਵੇ, ਥੋੜਾ ਸਮਾਂ ਦਈਏ ਆਪਣੇ ਖਾਲਸੇ ਨੂੰ, ਪਰ ਨਹੀਂ ਤੁਸੀਂ ਆਪਣੇ ਬਚਨਾਂ ਤੇ ਜਿਉਂ ਦੇ ਤਿਉਂ ਹੀ ਟਿਕੇ ਰਹੇ ਔਰ ਇਸੇ ਤਰ੍ਹਾਂ ਬੱਚਿਆਂ ਵਾਲਾ ਤੁਸੀਂ ਹੱਠ ਕੀਤਾ, ਜਿੱਦ ਕੀਤੀ ਹੈ। ਇਹ ਮਹਾਰਾਜ ਬਚਨ ਦੱਸਦੇ ਪਏ ਹਨ। ਕਹਿਬੋ ਨਾ ਮਾਨਿਓ ਕਿਨ ਕਾਲ ਨਾ ਪਛਾਨਿਓ ਮਨ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਡਾ ਬਚਨ ਤੁਸੀਂ ਮੰਨਿਆ ਨਹੀਂ। ਅਸੀਂ ਤੁਹਾਨੂੰ ਇੱਕ ਵਾਰੀ, 2 ਵਾਰੀ, ਕਈ ਵਾਰੀ ਬਚਨ ਕੀਤਾ, ਤੁਸੀਂ ਸਾਡਾ ਬਚਨ ਮੰਨਿਆ ਨਹੀਂ। ਇਹ ਜਿਹੜੀ ਕਾਲ ਹੈ ਨਾ, ਮੌਤ, ਸਮਾਂ, ਸੋ ਕਹਿਣ ਲੱਗੇ ਵੀ ਇਹ
ਸਿਰ ਤੇ ਆਇਆ ਜਾਣਿਆ ਨਹੀਂ। ਅਕਾਲ ਨਾ ਪਛਾਣਿਓ ਮਨ, ਤੁਸੀਂ ਸਮੇਂ ਦੀ ਵਿਚਾਰ ਨਹੀਂ ਕੀਤੀ ਵੀ ਸਮਾਂ ਕਿਹੜਾ ਚੱਲਦਾ ਪਿਆ ਹੈ। ਇਸ ਬਚਨ ਤੋਂ ਤੁਸੀਂ ਅਣਜਾਣ ਰਹੇ ਹੋ। ਦਗਾ ਨ ਜਾਣਿਓ ਲਿਖ ਦੀਨੋ ਜਿਉ ਲਿਖਾਇਓ। ਤੇ ਮਹਾਰਾਜ ਕਹਿਣ ਲੱਗੇ ਤੁਸੀਂ ਬੈਰੀ ਦਾ ਦਗਾ ਨਹੀਂ ਜਾਣਿਆ ਕਿ ਦੁਸ਼ਮਣ ਸਾਡੇ ਨਾਲ ਦਗਾ ਕਰੇਗਾ, ਧੋਖਾ ਕਰੇਗਾ। ਵੈਰੀ ਦੇ ਦਗੇ ਨੂੰ ਤੁਸੀਂ ਸਮਝਿਆ ਨਹੀਂ। ਤੁਸੀਂ ਤੇ ਇਹ ਵੀ ਬਚਨ ਕਹਿ ਦਿੱਤਾ ਮਹਾਰਾਜ ਜੋ ਲਿਖਵਾਉਣਾ ਲਿਖਵਾ ਲਓ ਸਾਡੇ ਕੋਲੋਂ, ਪਰ ਅਸੀਂ ਅਨੰਦਪੁਰ ਸਾਹਿਬ ਦੇ ਅੰਦਰ ਹੁਣ ਰਹਿ ਨਹੀਂ ਸਕਦੇ ਹਾਂ। ਤੁਸੀਂ ਇਹਨਾਂ ਬਚਨਾਂ ਨੂੰ ਸਮਝਿਆ ਨਹੀਂ। ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਵੇਲੇ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਇਹ ਬਚਨ ਕਰਦੇ ਪਏ ਖਾਲਸੇ ਦੇ ਨਾਲ। ਖਾਲਸਾ ਜੀ ਅਸੀਂ ਜਿੰਨੇ ਬਚਨ ਪਿੱਛੇ ਕਰ ਆਏ ਉਹ ਤੁਹਾਡੇ ਭਲੇ ਵਾਸਤੇ, ਪਰ ਤੁਸੀਂ ਮੰਨੇ ਨਹੀਂ। ਪਰ ਹੁਣ ਅੱਗੇ ਜਿਹੜੇ ਬਚਨ ਕਰਦੇ ਪਏ ਆ ਇਹਨਾਂ ਨੂੰ ਧਿਆਨ ਦੇ ਨਾਲ ਸੁਣ ਲੈਣਾ ਕਰੋ। ਭਏ ਅਨਜਾਨ ਹਿਤ ਆਪਨੋ ਨ ਧਾਰਿਓ ਚਿਤ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਅਣਜਾਣ ਹੀ ਬਣ ਗਏ। ਅਸੀਂ ਤੇ ਤੁਹਾਡਾ ਭਲਾ ਕਰਦੇ ਸੀ ਸਾਰੇ ਬਚਨਾਂ ਵਿੱਚ, ਪਰ ਤੁਸੀਂ ਉਸ ਨੂੰ ਭਲਾ ਨਹੀਂ ਸਮਝਿਆ ਹੈ। ਗੁਰਮੁਖੋ ਗੁਰਬਾਣੀ ਦਾ ਮਹਾਵਾਕ ਹੈ ਤੁਮ ਕਰੋ ਭਲਾ ਹਮ ਭਲੋ ਨਾ ਜਾਣੈ। ਕਈ ਵਾਰੀ ਅਸੀਂ ਕੋਈ ਵਸਤੂ ਮੰਗਦੇ ਹਾਂ ਗੁਰੂ ਕੋਲੋਂ ਆ ਕੇ, ਮਹਾਰਾਜ ਆ ਫਰਿਆਦ ਹੈ ਮੇਰੀ, ਆ ਮੇਰੀ ਲੋੜ ਹੈ। ਇੱਕ ਵਾਰੀ ਮੱਥਾ ਟੇਕਿਆ, 2 ਵਾਰੀ ਟੇਕਿਆ, 5-7 ਦਿਨ ਫਰਿਆਦ ਕਰਦਾ ਹੀ ਰਿਹਾ ਸਿੱਖ ਵੀ ਆ ਵਸਤੂ ਮਿਲ ਜਾਵੇ। ਵਸਤੂ ਨਹੀਂ ਮਿਲੀ ਹੈ। ਸਾਡਾ ਮਨ ਮੋਟਾ ਹੋ ਗਿਆ, ਗੁਰੂ ਦੇ ਨਾਲੋਂ ਨਾਰਾਜ਼ ਹੋ ਗਏ। ਇੰਨਾ ਸਮਾਂ ਹੋ ਗਿਆ ਮੈਨੂੰ ਸੰਗਤ ਵਿੱਚ ਆਉਂਦਿਆਂ, ਇੰਨਾ ਸਮਾਂ ਹੋ ਗਿਆ ਮੈਨੂੰ ਮੰਗਦਿਆਂ, ਅਰਦਾਸ ਕਰਦਿਆਂ, ਮੈਨੂੰ ਤੇ ਇਹ ਵਸਤੂ ਮਿਲੀ ਨਹੀਂ ਹੈ। ਗੁਰੂ ਤੇ ਮੈਨੂੰ ਕੁਝ ਦਿੰਦਾ ਹੀ ਨਹੀਂ ਹੈ। ਪਰ ਗੁਰਮੁਖੋ ਸਾਨੂੰ ਇਹ ਬਚਨ ਭੁੱਲ ਗਿਆ ਵੀ ਮਹਾਰਾਜ ਸਾਹਿਬ ਜੀ ਜੇ ਵਸਤੂ ਨਹੀਂ ਦੇ ਰਹੇ ਇਹਦਾ ਮਤਲਬ ਇਹ ਹੈ ਵੀ ਇਹਦੇ ਵਿੱਚ ਮੇਰਾ ਭਲਾ ਨਹੀਂ ਹੈ। ਬੱਚਾ ਚਾਹੁੰਦਾ ਹੈ ਕਿ ਭੱਜ ਕੇ ਅੱਗ ਨੂੰ ਫੜ ਲਵਾਂ, ਪਰ ਮਾਂ ਉਸ ਅੱਗ ਨੂੰ ਫੜ ਨਹੀਂ ਦਿੰਦੀ ਹੈ, ਕਿਉਂਕਿ ਮਾਂ ਨੂੰ ਪਤਾ ਵੀ ਅੱਗ ਨੇ ਸੜ ਦੇਣਾ ਹੈ। ਹੁਣ ਬੱਚਾ ਸੋਚਦਾ ਵੀ ਮੇਰੀ ਮਾਂ ਨੇ ਮੈਨੂੰ ਅੱਗ ਫੜ ਨਹੀਂ ਦਿੱਤੀ, ਰੋਣ ਲੱਗ ਪੈਂਦਾ ਹੈ। ਹੁਣ ਮੈਂ ਆਪਣੀ ਮਾਂ ਨੂੰ ਮਾਂ ਨਹੀਂ ਕਵਾਂਗਾ, ਬੱਚਾ ਨਾਰਾਜ਼ਗੀ ਜਤਾਉਂਦਾ ਹੈ। ਐਸੀ ਹਾਲਤ ਬਿਲਕੁਲ ਸਾਡੀ ਵੀ ਬਣੀ ਹੋਈ ਹੈ ਵੀ ਜੇ ਤੇ ਮਹਾਰਾਜ ਪਦਾਰਥ ਦੇ ਦੇਣ ਫਿਰ ਤੇ ਠੀਕ ਹੈ, ਜੇ ਨਹੀਂ ਦਿੱਤਾ ਤੇ ਫਿਰ ਨਾਰਾਜ਼ਗੀ ਹੈ। ਪਰ ਅਸੀਂ ਇਹ ਨਹੀਂ ਜਾਣਦੇ ਜਿਹੜਾ ਪਦਾਰਥ ਮੰਗਦੇ ਪਏ ਹੋ ਸਕਦਾ ਉਹ ਦੁੱਖ ਰੂਪ ਹੋਵੇ, ਉਹਦੇ ਤੋਂ ਅੱਗੇ ਸਾਡੇ ਗਲ ਵਿੱਚ ਮੁਸੀਬਤ ਪੈਣੀ ਹੋਵੇ, ਬਿਪਤਾ ਪੈਣੀ ਹੋਵੇ, ਪਰ ਉਸ ਬਚਨ ਨੂੰ ਸਮਝਦਾ ਨਹੀਂ ਹੈ। ਰੋ ਵਿਚਾਰ ਬਚਨ ਇਹ ਹੈ ਮਹਾਰਾਜ ਕਹਿਣ ਲੱਗੇ ਅਸੀਂ ਤੁਹਾਨੂੰ ਸਮਝਾਉਂਦੇ ਰਹੇ ਤੁਹਾਡੇ ਭਲੇ ਵਾਸਤੇ, ਪਰ ਤੁਸੀਂ ਤੇ ਅਣਜਾਣ ਹੀ ਬਣੇ ਰਹੇ ਖਾਲਸਾ ਜੀ, ਸਾਡੇ ਬਚਨ ਨੂੰ ਮੰਨਿਆ ਨਹੀਂ। ਅਹਿਤ ਆਪਣੋ ਨਾ ਧਾਰਿਓ ਚਿਤ, ਤੁਸੀਂ ਆਪਣਾ ਵੀ ਭਲਾ ਨਹੀਂ ਸੋਚਿਆ ਮਨ ਦੇ ਵਿੱਚ ਵੀ ਮਹਾਰਾਜ ਜੋ ਕਰਦੇ ਪਏ ਉਹ ਭਲਾ ਹੀ ਕਰਦੇ ਪਏ, ਚੰਗਾ ਹੀ ਕਰਦੇ ਪਏ ਹਨ। ਰਹੇ ਸਮਝਾਏ ਨਿਕਸਨ ਏਕ ਭਾਇਓ। ਸਤਿਗੁਰੂ ਪਾਤਸ਼ਾਹ ਕਹਿੰਦੇ ਸਮਝਾਇਆ ਤੁਹਾਨੂੰ ਬਹੁਤ ਵਾਰ ਖਾਲਸਾ ਜੀ, ਪਰ ਤੁਸੀਂ ਇੱਕੋ ਹੀ ਬਚਨ ਆਖਿਆ ਨਹੀਂ ਮਹਾਰਾਜ ਚਲੇ ਹੀ ਜਾਣਾ ਹੈ, ਚਲੇ ਹੀ ਜਾਣਾ ਹੈ, ਹੁਣ ਕਿਲੇ ਦੇ ਅੰਦਰ ਰੁਕਣਾ ਹੀ ਨਹੀਂ ਹੈ। ਤੁਸੀਂ ਇੱਕੇ ਬਚਨ ਦੇ ਉੱਪਰ ਟਿਕੇ ਹੋਏ ਹੋ। ਕਸਮ ਕੁਰਾਨ ਕੀ ਰਸੂਲ ਵਿੱਚ ਦੀਨੋ ਹੋਤੇ। ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਲੋਕਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ। ਮੁਗਲਾਂ ਨੇ ਨਾ ਗੁਰਮੁਖੋ ਆਪਣੇ ਵੱਲੋਂ ਇੱਕ ਸੈਯਦ ਭੇਜਿਆ ਸੀਗਾ, ਉਹਦੇ ਹੱਥਾਂ ਵਿੱਚ ਕੁਰਾਨ ਸ਼ਰੀਫ ਨਾਮ ਦਾ ਗ੍ਰੰਥ ਦੇ ਕੇ, ਇਸਲਾਮ ਦਾ ਧਾਰਮਿਕ ਗ੍ਰੰਥ ਹੈ ਕੁਰਾਨ ਸ਼ਰੀਫ, ਤੇ ਸੈਯਦ ਨੂੰ ਭੇਜਿਆ ਗਿਆ ਸੀ। ਨਾਲ ਕਸਮਾਂ ਲਿਖੀਆਂ ਮਹਾਰਾਜ ਸਾਹਿਬ ਜੀ ਅਸੀਂ ਆਪਣੇ ਇਸ ਕੁਰਾਨ ਦੀ ਕਸਮ ਖਾਂਦੇ ਹਾਂ। ਹਜ਼ਰਤ ਮੁਹੰਮਦ ਸਾਹਿਬ ਜਿਹੜੇ ਸਾਡੇ ਰਸੂਲ ਨੇ, ਪੈਗੰਬਰ ਨੇ, ਉਹਨਾਂ ਦੀ ਕਸਮ ਖਾਂਦੇ ਹਾਂ। ਐਸੀਆਂ ਕਸਮਾਂ ਦੇ ਉੱਪਰ ਤੁਸੀਂ ਯਕੀਨ ਕੀਤਾ ਹੈ। ਦੇਖੋ ਖਲ ਨੀਚ ਹੂੰ ਤੇ ਦਲ ਕੋ ਪਠਾਇਓ। ਮਹਾਰਾਜ ਕਹਿੰਦੇ ਵੇਖੋ ਫਿਰ ਗੜੀ ਦੇ ਉੱਪਰ ਚੜ ਕੇ ਜਿਨ੍ਹਾਂ ਲੋਕਾਂ ਨੇ ਮੁਹੰਮਦ ਦੀਆਂ ਕਸਮਾਂ ਖਾ ਕੇ ਕੁਰਾਨ ਦੀਆਂ ਖਾਧੀਆਂ, ਉਹਨਾਂ ਨੀਚਾਂ ਨੇ ਆ ਵੇਖੋ 10 ਲੱਖ ਦੀ ਗਿਣਤੀ ਦੀ ਫੌਜ ਸਾਨੂੰ ਘੇਰਨ ਵਾਸਤੇ ਫਿਰ ਮੰਗਾ ਲਈ ਹੈ। ਜਿਹੜੀ ਅਨੰਦਪੁਰ ਸਾਹਿਬ ਤੋਂ ਆਉਂਦੀ ਪਈ ਉਹ ਤੇ ਵੱਖਰੀ ਹੈ, ਇਹ ਜਿਹੜੀ ਦਿੱਲੀੋਂ ਚੱਲ ਕੇ ਆਈ ਹੈ ਵੱਖ-ਵੱਖ ਇਲਾਕਿਆਂ ਤੋਂ ਇਕੱਠੀ ਕਰਕੇ। ਪਾਤਸ਼ਾਹ ਕਹਿਣ ਲੱਗੇ ਇਹ ਨੀਚਾਂ ਦੀ ਹਰਕਤ ਵੇਖ ਲਓ ਭਾਈ, ਇੱਕ ਪਾਸੇ ਕੁਰਾਨ ਤੇ ਮੁਹੰਮਦ ਦੀਆਂ ਕਸਮਾਂ, ਦੂਜੇ ਪਾਸੇ ਸਾਡੇ ਨਾਲ ਧੋਖਾ ਕਰਦਿਆਂ ਹੋਇਆਂ 10 ਲੱਖ ਦੀ ਵੱਡੀ ਫੌਜ ਨੇ ਘੇਰਾ ਪਾ ਲਿਆ। ਗੁਰਮੁਖੋ ਉਹਨਾਂ ਸਮਿਆਂ ਦੇ ਵਿੱਚ, ਭਾਵੇਂ ਅੱਜ ਦੇ ਸਮੇਂ ਦੀ ਵੀ ਗੱਲ ਕਰੋ, ਇੰਨੀ ਵੱਡੀ ਫੌਜ ਨੇ ਅਜੇ ਵੀ ਕਿਤੇ ਤੱਕ ਹਮਲਾ ਨਹੀਂ ਕੀਤਾ ਹੈ। ਤੁਸੀਂ ਹਿਸਟਰੀ ਪੜ੍ਹ ਕੇ ਵੇਖ ਲਓ ਸਾਰੀ ਦੁਨੀਆ ਦੀ, 10 ਲੱਖ ਦੀ ਗਿਣਤੀ ਦੀ ਫੌਜ ਨੇ ਕਦੇ ਵੀ ਕਿਸੇ ਦੇ ਉੱਪਰ ਹਮਲਾ ਨਹੀਂ ਕੀਤਾ ਜਿੰਨੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲਾ ਕਰਨ ਵਾਸਤੇ ਔਰੰਗਜ਼ੇਬ ਨੇ ਭੇਜੀ ਹੈ। ਆਪਾਂ ਕੱਲ ਇਤਿਹਾਸ ਵਿੱਚ ਬਚਨ ਸਰਵਣ ਕਰਦੇ ਸੀ, ਇੰਨੇ ਇਲਾਕਿਆਂ ਦੀ ਫੌਜ ਆਈ ਹੈ ਵੀ ਇਹਨਾਂ ਸਿਪਾਹੀਆਂ ਨੂੰ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਆਉਂਦੀ। ਇੰਨੇ ਇਲਾਕਿਆਂ ਦੀ ਫੌਜ ਹੈ, ਕੋਈ ਪਠਾਨ ਕਾਬਲ ਤੋਂ ਹੈ,
ਕੋਈ ਕੰਧਾਰ ਤੋਂ ਹੈ, ਉਹਨਾਂ ਦੀ ਆਪਣੀ ਪਸ਼ਤੋ ਵੱਖਰੀ ਵੱਖਰੀ ਬੋਲੀ ਹੈ, ਕੋਈ ਕਸ਼ਮੀਰ ਤੋਂ ਆਇਆ ਹੈ, ਕੋਈ ਬਲਖ ਬੁਖਾਰੇ ਤੋਂ ਆਇਆ ਹੈ। ਸੋ ਇਸੇ ਤਰ੍ਹਾਂ ਜਿਹੜੇ ਕੁਝ ਰੂਸੀ ਫੌਜ ਦੇ ਸਿਪਾਹੀ ਹਨ, ਰੂਸ ਤੋਂ ਆਏ, ਕੋਈ ਤੁਰਕੀ ਤੋਂ ਆਏ, ਇਹਨਾਂ ਦੀਆਂ ਵੱਖਰੀਆਂ ਵੱਖਰੀਆਂ ਭਾਸ਼ਾਵਾਂ। ਇੰਨੀਆਂ ਭਾਸ਼ਾ ਬੋਲਣ ਵਾਲੇ, ਵੱਡੇ ਵੱਡੇ ਕੱਦਾਂ ਵਾਲੇ, ਵੱਡੇ ਵੱਡੇ ਸਰੀਰਾਂ ਵਾਲੇ, ਹਬਸ਼ੀਆਂ ਵਰਗੇ ਇਹਨਾਂ ਦੇ ਵੱਡੇ ਵੱਡੇ ਸਰੀਰ, ਜਿਹੜੇ ਕੱਲੇ ਕੱਲੇ ਬੱਕਰਾ ਖਾਣ ਵਾਲੇ, ਐਸੇ ਸਿਪਾਹੀ ਇਕੱਠੇ ਕਰਕੇ ਇਹਨਾਂ ਨੇ ਚਮਕੌਰ ਨੂੰ ਘੇਰਾ ਪਾਇਆ ਹੈ। ਮਹਾਰਾਜ ਕਹਿੰਦੇ ਵੇਖੋ ਚੜ੍ਹ ਕੇ ਉਟਾਰੀ ਦੇ ਉੱਪਰ ਇੰਨੀ ਵੱਡੀ ਫੌਜ ਨੇ ਸਾਨੂੰ ਚਾਰ ਚਫੇਰੇ ਤੋਂ ਆ ਕੇ ਘੇਰਿਆ ਹੈ। ਖਾਲਸੇ ਕੇ ਕਹੇ ਸ਼ੋਰ ਦੁਰਗ ਆਨੰਦਪੁਰ। ਮਹਾਰਾਜ ਕਹਿੰਦੇ ਖਾਲਸਾ ਜੀ ਤੁਹਾਡੇ ਕਹਿਣ ਤੇ ਅਸੀਂ ਆਨੰਦਪੁਰ ਸਾਹਿਬ ਛੱਡਿਆ ਹੈ, ਨਹੀਂ ਤੇ ਇਹ ਭਾਵੇਂ ਹੋਰ ਘੇਰਾ ਪਾ ਕੇ ਅਜੇ ਬੈਠੇ ਰਹਿੰਦੇ, ਸੋ ਉਹ ਵੱਖਰੀ ਗੱਲ ਹੈ। ਪਰ ਖਾਲਸਾ ਜੀ ਤੁਹਾਡਾ ਬਚਨ ਅਸੀਂ ਮੰਨਿਆ ਹੈ, ਕਿਉਂਕਿ ਜੋ ਤੁਸੀਂ ਆਖਿਆ ਉਹਦੇ ਕਰਕੇ ਅਸੀਂ ਆਨੰਦਪੁਰ ਸਾਹਿਬ ਛੱਡਿਆ। ਪਰੀ ਅਬ ਭੀਰ ਸਕੈ ਕਾਨ ਹੋਇ ਸਹਾਇਓ। ਤੇ ਹੁਣ ਇਸ ਵੇਲੇ ਬੜੀ ਭੀੜ ਪੈ ਗਈ ਹੈ, ਬਿਪਤਾ ਪੈ ਗਈ ਹੈ, ਆਪਣੇ ਕੋਲ ਹਥਿਆਰ ਵੀ ਥੋੜੇ ਨੇ, ਅਸਲਾ ਵੀ ਥੋੜਾ ਹੈ, ਤੇ ਸੂਰਮੇ ਤੇ ਬਿਲਕੁਲ ਹੀ ਥੋੜੇ ਰਹਿ ਗਏ ਨੇ। ਦੁਸ਼ਮਣ ਦੀ ਗਿਣਤੀ ਬਹੁਤੀ ਵੱਡੀ ਹੈ। ਇਸ ਵੇਲੇ ਤੇ ਇੱਕ ਅਕਾਲ ਪੁਰਖ ਹੈ ਜਿਹੜਾ ਸਾਡੀ ਸਹਾਇਤਾ ਕਰਨ ਵਾਲਾ ਹੈ। ਹਿੰਦੂ ਜੇ ਪਹਾੜੀ ਧੇਨ ਸਪਤ ਉਚਾਰੀ। ਗੁਰਮੁਖੋ ਜਿਹੜੇ ਹਿੰਦੂ ਰਾਜੇ ਸਨ, ਜਿਨ੍ਹਾਂ ਨੂੰ 22 ਧਾਰ ਦੇ ਪਹਾੜੀ ਰਾਜੇ ਕਿਹਾ ਜਾਂਦਾ, ਇਹ ਰਾਜਪੂਤ ਰਾਜੇ ਸਨ। ਇਹਨਾਂ ਨੇ ਆਟੇ ਦੀ ਗਊ ਬਣਾ ਕੇ ਥਾਲੀ ਵਿੱਚ ਰੱਖ ਕੇ ਨਾਲ ਇੱਕ ਛੁਰੀ ਰੱਖੀ ਹੈ, ਤੇ ਨਾਲ ਹੀ ਇੱਕ ਪੰਡਤ ਭੇਜਿਆ ਬ੍ਰਾਹਮਣ। ਉਹਨੇ ਆਖਿਆ ਮਹਾਰਾਜ ਸਾਨੂੰ ਸਾਰਿਆਂ ਨੂੰ ਇਹ ਗਊ ਦੀ ਸਹੁੰ ਲੱਗੇ, ਜੇ ਤੁਹਾਡੇ ਨਾਲ ਦਗਾ ਕਰੀਏ ਤੇ ਛੁਰੀ ਦੇ ਨਾਲ ਗਊ ਹੱਤਿਆ ਕਰਨ ਦਾ ਸਾਨੂੰ ਪਾਪ ਲੱਗੇ। ਮਹਾਰਾਜ ਕਹਿਣ ਲੱਗੇ ਭਾਈ ਵੇਖੋ ਇਹਨਾਂ ਨੇ ਵੀ ਗਊ ਦੀਆਂ ਕਸਮਾਂ ਖਾਣਾ ਕੀਤੀਆਂ ਹਨ। ਧਰ ਠਾਕੁਰ ਅਗਾਰੀ ਵਿੱਚ ਬਿਪਰਦੇ ਪਠਾਇਓ ਹੈ। ਅਤੇ ਇੱਕ ਠਾਕੁਰ ਦੀ ਮੂਰਤੀ, ਭਗਵਾਨ ਦੀ ਮੂਰਤੀ ਰੱਖ ਕੇ ਨਾ ਬੜੀ ਸੋਹਣੀ ਥਾਲ ਦੇ ਵਿੱਚ ਸਜਾ ਕੇ ਤੇ ਬ੍ਰਾਹਮਣ ਦੇ ਹੱਥ ਭੇਜਿਆ, ਜਾਓ ਜਾ ਕੇ ਠਾਕੁਰ ਦੀ ਭਗਵਾਨ ਦੀ ਕਸਮ ਮਹਾਰਾਜ ਦੇ ਅੱਗੇ ਖਾਣਾ ਕਰੋ। ਤੈਸੇ ਹੀ ਮਲੇਸ਼ ਪਤ ਖਵਾਜਾ ਮਰਦੂਦ ਪਠਿਓ। ਐਸੇ ਤਰ੍ਹਾਂ ਮਲੇਸ਼ਾਂ ਦਾ ਇਹ ਜਿਹੜਾ ਰਾਜਾ ਹੈ ਔਰੰਗਜ਼ੇਬ ਨੇ ਆਪਣੇ ਵੱਲੋਂ ਸਭ ਤੋਂ ਵੱਡਾ ਸਿਪੇ ਸਲਾਰ ਜਿਹੜਾ ਹੈ ਉਹ ਹੈ ਖਵਾਜਾ ਮਰਦੂਦ, ਜਿਹੜਾ ਔਰੰਗਜ਼ੇਬ ਦੇ ਹੁਕਮ ਦੇ ਨਾਲ ਆਇਆ ਹੈ। ਮਹਾਰਾਜ ਕਹਿਣ ਲੱਗੇ ਜਿਹੜਾ ਔਰੰਗਜ਼ੇਬ ਹੈ ਮਲੇਸ਼ ਰਾਜਾ, ਸੋ ਇਸ ਨੇ ਆਪਣੇ ਵੱਲੋਂ ਵੱਡਾ ਸੈਨਾਪਤੀ ਖਵਾਜਾ ਮਰਦੂਦ ਭੇਜਿਆ ਹੈ। ਧਰਮ ਇਮਾਨ ਦੋਨੋਂ ਹਾਨ ਕਹਿ ਦਿਖਾਇਓ ਹੈ। ਇਹਨਾਂ ਨੇ ਵੀ ਆ ਕੇ ਧਰਮ ਤੇ ਇਮਾਨ ਵਿਖਾਇਆ। ਮਹਾਰਾਜ ਆ ਵੇਖੋ ਅਸੀਂ ਕਸਮਾਂ ਲਿਖਦੇ ਹਾਂ, ਕਸਮਾਂ ਖਾਂਦੇ ਹਾਂ। ਪਾਤਸ਼ਾਹ ਕਹਿਣ ਲੱਗੇ ਸਾਰਿਆਂ ਨੇ ਆਪਣਾ ਧਰਮ ਹਾਰਿਆ ਹੈ। ਅਬ ਤੋ ਉਪਾਏ ਸਾਮ ਦਾਮ ਭੇਦ ਬਨੈਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਰਾਜਨੀਤੀ ਦੇ ਗੁਰਮੁਖੋ ਚਾਰ ਜਿਹੜੇ ਨੇ ਪੜਾਅ ਹੁੰਦੇ ਨੇ, ਚਾਰ ਤਰ੍ਹਾਂ ਦੀ ਰਾਜਨੀਤੀ ਲੋਕ ਵਰਤਦੇ ਨੇ। ਇੱਕ ਹੈ ਸਾਮ ਦਾਮ ਦੰਡ ਤੇ ਭੇਦ, ਇਹ ਚਾਰ ਪੈਤੜੇ ਨੇ ਰਾਜਨੀਤੀ ਦੇ। ਪਰ ਇਸ ਵੇਲੇ ਤਿੰਨ ਪੈਤੜੇ ਜਿਹੜੇ ਨੇ ਇਹ ਬਿਲਕੁਲ ਕੰਮ ਨਹੀਂ ਕਰਨਗੇ, ਚੌਥਾ ਹੀ ਕੇਵਲ ਬਾਕੀ ਬਚਿਆ ਹੈ। ਸੋ ਸ਼ਾਮ ਤੋਂ ਭਾਵ ਹੈ ਗੁਰਮੁਖੋ ਸ਼ਮਤਾ, ਬਰਾਬਰੀ ਹੋ ਜਾਣੀ। ਸੋ ਇਹ ਵੀ ਕੰਮ ਹੁਣ ਨਹੀਂ ਹੋ ਸਕਦਾ ਹੈ। ਦਾਮ ਤੋਂ ਭਾਵ ਹੈ ਦਮੜੇ ਦੇ ਕੇ ਆਪਣਾ ਕੰਮ ਕਰਾਉਣਾ। ਰਾਜਨੀਤਿਕ ਲੋਕ ਜਿਹੜੇ ਨੇ ਜਿਹੜਾ ਕੰਮ ਨਹੀਂ ਹੁੰਦਾ ਪੈਸੇ ਦੇ ਕੇ ਕਰਾ ਲਓ, ਦਮੜੇ ਦੇ ਕੇ ਕਰਵਾਇਆ ਗਿਆ ਕੰਮ। ਤੀਜੇ ਨੰਬਰ ਤੇ ਹੈ ਤੇ ਭੇਦ ਦੇ ਕੇ, ਭੇਦ ਲੈ ਕੇ ਕਿਸੇ ਦਾ ਗੁਪਤ ਰਾਜ ਪਤਾ ਕਰਕੇ ਤੇ ਫਿਰ ਉਹਦੇ ਕੋਲੋਂ ਕੰਮ ਕਰਵਾ ਲੈਣਾ, ਜਾਂ ਕਿਸੇ ਵਿੱਚ ਫੁੱਟ ਪਾ ਕੇ ਕੰਮ ਕਰਵਾ ਲੈਣਾ। ਇਹ ਸਾਰੇ ਰਾਜਨੀਤੀ ਦੇ ਪੈਤੜੇ। ਪਰ ਮਹਾਰਾਜ ਕਹਿੰਦੇ ਹੁਣ ਇਹ ਕੰਮ ਨਹੀਂ ਆਉਣੇ ਹਨ। ਚੌਥੇ ਦੰਡ ਬਨੈ ਦਲ ਲੱਖੋ ਚੜ ਆਇਓ ਹੁਣ ਹੈ। ਇੱਕੋ ਹੀ ਰਹਿ ਗਿਆ ਹੈ, ਚੌਥਾ ਹੈ ਦੰਡ। ਤੇ ਬਸ ਇਹੋ ਹੀ ਹੁਣ ਆਪਾਂ ਰਾਜਨੀਤੀ ਦਾ ਚੌਥਾ ਪੜਾਅ ਜਿਹੜਾ ਹੈ, ਚੌਥਾ ਜਿਹੜਾ ਇਹ ਪੜਾਅ ਹੈ ਇਹ ਵਰਤਣਾ ਹੈ, ਦੰਡ ਦੇਣਾ। ਦੁਸ਼ਮਣ ਦੀ ਫੌਜ ਚੜ੍ਹ ਕੇ ਆ ਗਈ ਹੈ, ਹੁਣ ਇੱਥੇ ਸਾਮ ਦਾਮ ਜਿਹੜਾ ਹੈ ਸਭ ਪਾਸੇ ਰੱਖ ਦਿਓ, ਕੇਵਲ ਦੰਡ ਦੇਣ ਵਾਸਤੇ ਖਾਲਸਾ ਜੀ ਤਿਆਰ ਹੋ ਜਾਣਾ ਕਰੋ। ਗੀਦੜ ਕੀ ਮੌਤ ਨਹਿ ਮਰੋ ਰਿਪ ਹਾਥਨ ਤੇ। ਫਿਰ ਪੜਿਓ ਗੀਦੜ ਕੀ ਮੌਤ ਨਹਿ ਮਰੋ ਰਿਪ ਹਾਥਨ ਤੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਖਾਲਸਾ ਜੀ ਗਿੱਦੜਾਂ ਦੀ ਮੌਤ ਨਹੀਂ ਮਰਨਾ ਹੈ, ਹਥਿਆਰ ਸੁੱਟ ਕੇ ਜਾਨ ਦੀ ਭੀਖ ਨਹੀਂ ਮੰਗਣੀ ਹੈ ਕਿ ਮਾਫ ਕਰ ਦਿਓ। ਦੁਸ਼ਮਣ ਦੇ ਕੋਲੋਂ ਗਿੱਦੜ ਦੀ ਮੌਤ ਨਹੀਂ ਮੰਗਣੀ ਹੈ, ਮੌਤ ਵੀ ਮਰਨਾ ਹੈ ਤੇ ਸੂਰਮਿਆਂ ਵਾਲੀ ਮੌਤ ਮਰਨਾ ਹੈ। ਜਦੋਂ ਮਹਾਰਾਜ ਸਾਹਿਬ ਜੀਆਂ ਨੇ ਗੜੀ ਨੂੰ ਛੱਡਣ ਦਾ ਹੁਕਮ ਦਿੱਤਾ ਨਾ ਖਾਲਸੇ ਨੇ, ਤੇ ਸਤਿਗੁਰੂ ਗੜੀ ਛੱਡ ਕੇ ਨਿਕਲਣ ਲੱਗੇ। ਜਿਹੜੇ ਸਿੰਘ ਬਾਕੀ ਰਹਿ ਗਏ ਸਨ ਪੁੱਛਿਆ ਮਹਾਰਾਜ ਸਾਡੇ ਵਾਸਤੇ ਅੱਗੇ ਕੀ ਹੁਕਮ ਹੈ? ਤੇ ਮਹਾਰਾਜ ਨੇ ਆਖਿਆ ਸੀ ਖਾਲਸਾ ਜੀ ਜਿੰਨਾ ਚਿਰ ਤੁਹਾਡੇ ਸਵਾਸ ਚੱਲਦੇ ਉਹਨਾਂ ਚਿਰ ਜੰਗ ਹੀ ਕਰਦੇ ਰਹਿਣਾ ਹੈ। ਜੰਗ ਕਰਦਿਆਂ ਸ਼ਹਾਦਤ ਪਾਉਣੀ ਹੈ
ਹਥਿਆਰ ਸੁੱਟ ਕੇ ਗ੍ਰਿਫਤਾਰੀ ਨਹੀਂ ਦੇਣੀ ਹੈ। ਸੋ ਉਹ ਬਚਨ ਮਹਾਰਾਜ ਨੇ ਜਾਂਦਿਆਂ ਵੀ ਇੱਥੋਂ ਆਖੇ, ਹੁਣ ਵੀ ਬਚਨ ਕਹਿੰਦੇ ਪਏ, ਕਹਿੰਦੇ ਖਾਲਸਾ ਜੀ ਗਿੱਦੜ ਵਾਲੀ ਮੌਤ ਨਹੀਂ ਮਰਨਾ ਹੈ, ਹਥਿਆਰ ਸੁੱਟ ਕੇ ਇਹਨਾਂ ਦੇ ਕਾਬੂ ਨਹੀਂ ਆਉਣਾ ਹੈ। ਜਿੰਨਾ ਚਿਰ ਤੁਹਾਡੇ ਸਰੀਰਾਂ ਵਿੱਚ ਸਾਹ ਹੈ ਉਹਨਾਂ ਚਿਰ ਸੂਰਮਿਆਂ ਦੇ ਵਾਂਗ ਇਹਨਾਂ ਦੇ ਨਾਲ ਡਟ ਕੇ ਲੜਨਾ ਹੈ। ਕਰੋ ਜੁੱਧ ਗਾਢੋ ਜਿਮ ਪੂਰਬ ਮਚਾਇਓ ਹੈ। ਇਸ ਤਰ੍ਹਾਂ ਦਾ ਜੰਗ ਕਰਕੇ ਵਿਖਾਓ ਜਿਸ ਤਰ੍ਹਾਂ ਦਾ ਅੱਗੇ ਕਦੇ ਕੀਤਾ ਹੀ ਨਾ ਹੋਵੇ, ਅਤੇ ਦੁਸ਼ਮਣ ਆਸ਼ ਕਰ ਉੱਠੇ ਵੀ ਇਹ ਕਿਸ ਤਰ੍ਹਾਂ ਦਾ ਖਾਲਸਾ ਹੈ। ਇੰਨੀ ਥੋੜੀ ਗਿਣਤੀ ਦੇ ਵਿੱਚ ਇੰਨੀ ਵੱਡੀ ਜੰਗ ਇਸ ਤਰ੍ਹਾਂ ਦੀ ਕਰਕੇ ਵਿਖਾਉਣਾ ਕਰੋ। ਮਹਾ ਨੀਚ ਪਾਪੀ ਕੁਰਲਾਪੀ ਦਗਾ ਕੀਨੋ ਜਿਮ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੜੇ ਭਾਰੀ ਨੀਚ ਨੇ ਅਤੇ ਪਾਪੀ ਨੇ, ਅਤੇ ਇਸੇ ਤਰ੍ਹਾਂ ਇਹਨਾਂ ਨੇ ਝੂਠ ਬੋਲਣਾ ਕੀਤਾ। ਕੁਰਲਾਪੀ ਤੋਂ ਭਾਵ ਹੈ ਕੂਰਲਾਪੀ, ਕੂਰ ਨਾਮ ਝੂਠ, ਲਾਪੀ ਕੀ ਇਹ ਕਹਿਣਾ, ਇਹ ਝੂਠ ਬੋਲਣ ਵਾਲੇ ਲੋਕ ਹਨ। ਇਹਨਾਂ ਝੂਠਿਆਂ ਨੂੰ, ਪਾਪੀਆਂ ਨੂੰ, ਦਗਾ ਦੇਣ ਵਾਲਿਆਂ ਨੂੰ ਬੜਾ ਭਾਰੀ ਹੁਣ ਇੱਥੇ ਸਜ਼ਾ ਦੇਣੀ ਕਰੋ। ਜਿਮ ਪਲਟੇ ਕੋਲਾ ਹੈ ਪੰਥ ਮੂਲ ਦਾ ਉਖਾਰ ਕੈ। ਇਹਨਾਂ ਦੇ ਕੋਲੋਂ ਹੁਣ ਬਦਲਾ ਲੈਣਾ ਹੈ ਔਰ ਇਹਨਾਂ ਦੀਆਂ ਜੜ੍ਹਾਂ ਪੱਟ ਦੇਣੀਆਂ ਹਨ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਖਾਲਸਾ ਜੀ। ਐਸਾ ਭਿਆਨਕ ਜੰਗ ਕਰੋ ਕਿ ਜੰਗ ਦੇ ਵਿੱਚ ਇਹ ਜਿਹੜੇ ਲੋਕ ਨੇ ਝੂਠੇ ਨਾਸ ਹੋ ਜਾਣਗੇ ਅਤੇ ਇਹਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ, ਰਹਿਣਗੇ ਨਹੀਂ। ਇਸ ਤਰ੍ਹਾਂ ਦੇ ਬਚਨ ਆਖੇ ਹਨ। ਜੇ ਤੋ ਪੁਰਸ਼ਾਰਥ ਕਰੋਗੇ ਅਬ ਮਾਰਨ ਕੋ। ਮਹਾਰਾਜ ਕਹਿਣ ਲੱਗੇ ਜਿੰਨਾ ਤੁਸੀਂ ਯਤਨ ਕਰੋਗੇ ਨਾ ਵੈਰੀ ਨੂੰ ਮਾਰਨ ਵਾਸਤੇ, ਜਿੰਨੀ ਵੱਧ ਹਿੰਮਤ ਕਰੋਗੇ, ਜਿੰਨਾ ਵੱਧ ਜ਼ੋਰ ਕਰੋਗੇ ਵੈਰੀ ਨੂੰ ਮਾਰਨ ਵਾਸਤੇ, ਜਾਂ ਜਿੰਨਾ ਹੀ ਤੁਸੀਂ ਵੱਧ ਵੈਰੀ ਨੂੰ ਮਾਰੋਗੇ ਮਹਾਰਾਜ ਬਖਸ਼ਦੇ ਹਨ। ਤੇ ਤੋ ਰਾਜ ਭੋਗੋਗੇ ਜਨਮ ਨਿਜ ਧਾਰ ਕੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਓਨੇ ਹੀ ਅੱਗੇ ਤੁਹਾਨੂੰ ਅਸੀਂ ਰਾਜ ਭਾਗ ਬਖਸ਼ਿਸ਼ ਕਰ ਦਿਆਂਗੇ। ਜਿਹੜਾ ਸਕਾਮੀ ਹੋ ਕੇ ਲੜੇਗਾ ਨਾ ਸਹਿਤ ਕਾਮਨਾ ਦੇ, ਤੇ ਉਹ ਜਿਹੜਾ ਸਹਿਤ ਕਾਮਨਾ ਦੇ ਹੋ ਕੇ ਲੜੇਗਾ ਉਹਨੂੰ ਰਾਜ ਭਾਗ ਬਖਸ਼ਿਸ਼ ਕਰਾਂਗੇ, ਅਤੇ ਜਿੰਨਾ ਚਾਹੋਗੇ ਰਾਜ ਭਾਗ ਕਮਾ ਲਿਓ। ਜਿਹੜੇ ਨਿਸ਼ਕਾਮ ਹੋ ਕੇ ਸ਼ਹਾਦਤ ਪ੍ਰਾਪਤ ਕਰਨਗੇ ਉਹ ਸੱਚਖੰਡ ਦੀ ਪ੍ਰਾਪਤੀ ਵਾਲੇ ਬਣਨਗੇ। ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਹਨ। ਕਾਮਨਾ ਕੋ ਪੂਰ ਹੋਏ ਮਿਲੈ ਕੋਈ ਜ਼ਰੂਰ ਮੋਹੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਦੋਂ ਤੁਹਾਡੀਆਂ ਕਾਮਨਾ ਪੂਰੀਆਂ ਹੋ ਜਾਣਗੀਆਂ ਤੇ ਫਿਰ ਤੁਸੀਂ ਸਾਨੂੰ ਆ ਕੇ ਮਿਲੋਗੇ। ਇਹ ਮਹਾਰਾਜ ਜੀ ਆਪਣੇ ਖਾਲਸੇ ਨੂੰ ਜਿਨ੍ਹਾਂ ਸਿੰਘਾਂ ਨੇ ਸ਼ਹਾਦਤ ਪਾਉਣੀ ਹੈ, ਇਹ ਮਹਾਰਾਜ ਸਾਹਿਬ ਜੀ ਉਹਨਾਂ ਨਾਲ ਅਖੀਰਲੇ ਬਚਨ ਅੱਜ ਕਰਦੇ ਪਏ। ਜਿਵੇਂ ਕੋਈ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਕੋਈ ਫੌਜ ਦਾ ਜਰਨੈਲ ਆਪਣੀ ਫੌਜ ਨੂੰ ਵੰਗਾਰਦਾ ਹੈ ਨਾ ਕਿ ਆਪਾਂ ਇਸ ਤਰ੍ਹਾਂ ਜੰਗ ਜਿੱਤਣੀ ਹੈ, ਕੁਰਬਾਨੀ ਦੇਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਾਣਦੇ ਨੇ ਹੁਣ ਸ਼ਹਾਦਤ ਦਾ ਸਮਾਂ ਹੈ। ਆਪਣੀ ਫੌਜ ਨੂੰ ਮਹਾਰਾਜ ਖਾਲਸੇ ਨੂੰ ਸੰਬੋਧਨ ਕਰਦੇ ਪਏ। ਦੁਨੀਆ ਦੇ ਵਿੱਚ ਇੱਕੋ ਹੀ ਕੇਵਲ ਇਹ ਜੰਗ ਅਸਾਮੀ ਜੰਗ ਇਸ ਨੂੰ ਕਿਹਾ ਜਾ ਸਕਦਾ ਹੈ। 10 ਲੱਖ ਤੋਂ ਵੱਧ ਗਿਣਤੀ ਦੀ ਫੌਜ ਘੇਰਾ ਪਾ ਕੇ ਬੈਠ ਗਈ ਹੈ। 40 ਸਿੰਘ ਉਹ ਵੀ ਫੱਟੜ ਤੇ ਭੁੱਖੇ ਨੇ। ਕਿਸੇ ਤਰ੍ਹਾਂ ਦੀ ਵੀ ਕੋਈ ਬਰਾਬਰੀ ਨਹੀਂ ਹੈ, ਨਾ ਹਥਿਆਰਾਂ ਦੇ ਨਾਲ ਨਾ ਬੰਦਿਆਂ ਦੀ ਗਿਣਤੀ ਦੇ ਨਾਲ, ਪਰ ਫਿਰ ਵੀ ਉਹ ਜੰਗ ਮਹਾਰਾਜ ਜੀਆਂ ਨੇ ਲੜੀ ਹੈ। ਔਰ ਇਸ ਤਰ੍ਹਾਂ ਦੀ ਜੰਗ ਕੋਈ ਦੁਨੀਆ ਵਿੱਚ ਲੜ ਨਹੀਂ ਸਕਿਆ ਹੈ। ਜਿੰਨੇ ਮਰਜ਼ੀ ਤੁਸੀਂ ਦੁਨੀਆ ਦੇ ਗ੍ਰੰਥ ਪੜ੍ਹ ਕੇ ਵੇਖ ਲਵੋ, ਵੱਡੇ ਵੱਡੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਕਈ ਜੰਗ ਜਿੱਤੇ, ਪਰ ਇਹੋ ਜਿਹਾ ਜੰਗ ਕਿਸੇ ਨੇ ਨਹੀਂ ਜਿੱਤਿਆ ਹੈ। ਭਾਵੇਂ ਕਿ ਦੁਆਪਰ ਯੁੱਗ ਦੇ ਵਿੱਚ ਮੰਨਿਆ ਹੈ ਕਿ ਮਹਾਂਭਾਰਤ ਦਾ ਬੜਾ ਭਾਰੀ ਜੰਗ ਹੋਇਆ ਹੈ, ਪਰ ਉਹਦੇ ਵਿੱਚ ਵੀ ਗੁਰਮੁਖੋ ਜਿਹੜੀ ਫੌਜ ਹੈ, ਇੱਕ ਪਾਸੇ ਦੀ ਗਿਣਤੀ ਤੇ ਦੂਸਰੇ ਪਾਸੇ ਦੀ ਗਿਣਤੀ ਦਾ ਫੌਜ ਦਾ ਬੜਾ ਬਹੁਤਾ ਭਾਰੀ ਫਰਕ ਨਹੀਂ ਪਿਆ ਹੈ। 7 ਕੂਣੀਆਂ ਫੌਜ ਜਿਹੜੀ ਉਹ ਪਾਂਡਵਾਂ ਦੇ ਵੱਲੋਂ ਲੜੀ ਹੈ, ਤੇ 11 ਕੂਣੀਆਂ ਫੌਜ ਜਿਹੜੀ ਉਹ ਕੌਰਵਾਂ ਦੇ ਵੱਲੋਂ ਲੜੀ ਹੈ। ਥੋੜਾ ਬਹੁਤਾ ਹੀ ਫਰਕ ਹੈ, ਫਿਰ ਵੀ ਇਸ ਜੰਗ ਨੂੰ ਬੜਾ ਵੱਡਾ ਮੰਨਿਆ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗ ਕਰਨ ਵਾਸਤੇ 10 ਲੱਖ ਦਾ ਮੁਕਾਬਲਾ 40 ਦੇ ਨਾਲ ਹੀ ਹੈ। ਕਿਸੇ ਤਰ੍ਹਾਂ ਦੇ ਨਾਲ ਵੀ ਇਹ ਜੰਗ ਤੁੱਲ ਨਹੀਂ ਹੋ ਸਕਦਾ ਹੈ। ਮਹਾਰਾਜ ਕਹਿੰਦੇ ਖਾਲਸਾ ਜੀ ਇਸ ਤਰ੍ਹਾਂ ਦਾ ਜੰਗ ਕਰਨਾ ਕਰੋ। ਰਾਖ ਹੋ ਹਜ਼ੂਰ ਜ਼ੋਰ ਬਿਦ ਨਿਰਵਾਰ ਕੈ। ਤੇ ਪਾਤਸ਼ਾਹ ਕਹਿੰਦੇ ਜਿਹੜਾ ਭਾਈ ਇਸ ਤਰ੍ਹਾਂ ਸ਼ਹਾਦਤ ਪ੍ਰਾਪਤ ਕਰੇਗਾ ਉਸ ਨੂੰ ਫਿਰ ਅਸੀਂ ਆਪਣੇ ਕੋਲ ਰੱਖਾਂਗੇ। ਉਹਦੇ ਕਰਮਾਂ ਦੀਆਂ ਲਕੀਰਾਂ ਜਿਹੜੀਆਂ ਨੇ ਖਤਮ ਕਰ ਦੇ, ਕਰਮਾਂ ਦੀ ਰੇਖਾ ਨਹੀਂ ਪਵੇਗੀ। ਜਿਵੇਂ ਅਸੀਂ ਦੁਨੀਆ ਵਿੱਚ ਆਏ ਆ ਨਾ ਗੁਰਮੁਖੋ, ਅਸੀਂ ਕਰਮਾਂ ਦੇ ਕਰਕੇ ਆਏ ਆ। ਪਿੱਛੇ ਕੋਈ ਪਾਪ ਪੁੰਨ ਕੀਤਾ, ਚੰਗਾ ਮਾੜਾ ਕਰਮ ਕੀਤਾ, ਉਹਦੇ ਕਰਕੇ ਅਸੀਂ ਹੁਣ ਆ ਗਏ, ਜਨਮ ਮਿਲ ਗਿਆ ਹੈ। ਇੱਥੋਂ ਅੱਗੇ ਜਿਵੇਂ ਦੇ ਅਸੀਂ ਕਰਾਂਗੇ ਉਵੇਂ ਦੇ ਫਿਰ ਅੱਗੇ ਜਾ ਕੇ ਜਨਮ ਪ੍ਰਾਪਤ ਹੋਣਗੇ। ਮਹਾਰਾਜ ਕਹਿੰਦੇ ਖਾਲਸਾ ਜੀ ਜਿਹੜਾ ਅੱਜ ਚਮਕੌਰ ਦੀ ਗੜੀ ਦੇ ਅੰਦਰ ਲੜੇਗਾ ਉਹਦੀਆਂ ਕਰਮਾਂ ਦੀਆਂ ਰੇਖਾ ਸਾਰੀਆਂ ਮੁਕਾ ਹੀ ਦੇਵਾਂਗੇ, ਕਰਮਾਂ ਦੀਆਂ ਰੇਖਾ ਮੇਟ ਦੇਵਾਂਗੇ। ਕਰਮਾਂ ਦੀ ਰੇਖਾ ਵਾਸਤੇ ਉਸ ਨੂੰ ਦੁਨੀਆ ਤੇ ਆਉਣਾ ਹੀ ਨਹੀਂ ਪਵੇਗਾ।
ਸਾਰੇ ਕਰਮ ਇਸ ਤਰ੍ਹਾਂ ਅਸੀਂ ਖਤਮ ਕਰ ਦੇਣੇ ਹਨ। ਜੁਧ ਕੇ ਸਮਾਨ ਤਪ ਜਗ ਕੋ ਵਿਧਾਨ ਨ ਹੈ। ਦੁਨੀਆ ਦੇ ਵਿੱਚ ਸੋ ਤਪ ਵਰਗਾ ਬੜਾ ਭਾਰੀ ਤਪ ਵੱਡਾ ਮੰਨਿਆ ਹੈ, ਪਰ ਜੰਗ ਵਰਗਾ ਤਪ ਨਹੀਂ ਕੋਈ ਹੋ ਸਕਦਾ। ਤਪ ਕਰਨ ਵਾਸਤੇ 4 ਧੂਣੀਆਂ ਬਾਲ ਕੇ ਤੇ 5ਵਾਂ ਸਿਰ ਦੇ ਉੱਪਰ ਸੂਰਜ ਬੈਠਾ ਹੈ ਤੇ ਫਿਰ ਬੈਠ ਜਾਣਾ ਤੇ ਤਪ ਕਰਦੇ ਰਹਿਣਾ। 4 ਚੁਫੇਰਿਓਂ ਬਰਾਬਰ ਸੇਕ ਲੱਗਦਾ ਰਵੇ ਤੇ ਉਤੋਂ ਸਿਰ ਵਿੱਚੋਂ ਵੀ ਸੂਰਜ ਦਾ ਸੇਕ ਪੈਂਦਾ ਰਵੇ। ਇਸ ਤਰ੍ਹਾਂ 5 ਧੂਣੀਆਂ ਤਾ ਕੇ ਫਿਰ ਤਪ ਕੀਤਾ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਉਹ ਤਪ ਤੇ ਜੰਗ ਲੜਨਾ, ਜੰਗ ਵਿੱਚ ਸ਼ਹਾਦਤ ਪ੍ਰਾਪਤ ਕਰਨੀ, ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਤਪ ਨਹੀਂ ਜਿਹੜਾ ਸ਼ਹਾਦਤ ਦੇ ਬਰਾਬਰ ਪਹੁੰਚ ਸਕੇ। ਏਡੀ ਵੱਡੀ ਸ਼ਹਾਦਤ ਮੰਨੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੁੱਧ ਕੇ ਸਮਾਨ ਤਪ ਜਗ ਕੋ ਵਿਧਾਨ ਨ ਹੈ। ਦੁਨੀਆ ਦੇ ਵਿੱਚ ਯੁੱਧ ਵਰਗਾ ਕੋਈ ਤਪ ਹੋ ਹੀ ਨਹੀਂ ਸਕਦਾ ਹੈ। ਸਭ ਤੋਂ ਵੱਡਾ ਤਪ ਜਿਹੜਾ ਜੰਗ ਕਰਨਾ ਹੈ। ਇੱਕ ਘਟੀ ਵਿੱਚ ਦੋਨੋਂ ਲੋਕਲੇ ਸੁਧਾਰ ਕੈ। ਇੱਕ ਘੜੀ ਦੇ ਵਿੱਚ ਦੋਨੇ ਲੋਕ ਹੀ ਸੁਧਰ ਜਾਂਦੇ। ਏਡਾ ਵੱਡਾ ਇਹ ਜੰਗ ਹੈ। ਜੇ ਤੇ ਜੰਗ ਕਰਦਿਆਂ ਜਿੱਤ ਪ੍ਰਾਪਤ ਹੋ ਗਈ ਤੇ ਦੁਨੀਆ ਦਾ ਜਸ ਮਿਲਦਾ, ਤਪ ਦਾ ਫਲ ਮਿਲ ਗਿਆ। ਜੇ ਜੰਗ ਕਰਦਿਆਂ ਸ਼ਹਾਦਤ ਮਿਲ ਗਈ ਤੇ ਸੱਚਖੰਡ ਦੀ ਪ੍ਰਾਪਤੀ ਹੋ ਗਈ, ਨਾਲ ਹੀ ਫਲ ਮਿਲ ਗਿਆ ਹੈ। ਇੰਨਾ ਵੱਡਾ ਫਲ ਤੇ ਤਪ ਕਰਕੇ ਨਹੀਂ ਮਿਲਦਾ ਜਿੰਨਾ ਵੱਡਾ ਫਲ ਜੰਗ ਕਰਕੇ ਮਿਲਦਾ ਹੈ। ਜੰਗ ਕਰਨ ਵਾਲੇ ਨੂੰ ਜਿੱਤਿਆਂ ਦੁਨੀਆ ਦਾ ਰਾਜ ਤੇ ਸੁਖ ਮਿਲ ਜਾਂਦਾ ਹੈ, ਸ਼ਹਾਦਤ ਪਾ ਕੇ ਪਰਲੋਕ ਮਿਲ ਜਾਂਦਾ ਹੈ। ਪਰ ਤਪ ਕਰਨ ਵਾਲੇ ਦਾ ਨਹੀਂ ਪਤਾ ਵੀ ਉਸ ਨੂੰ ਮਿਲੇ ਵੀ ਅੱਗੇ ਜਾ ਕੇ ਕਿ ਕੁਝ ਨਾ ਮਿਲੇ। ਮਹਾਰਾਜ ਕਹਿਣ ਲੱਗੇ ਭਾਈ ਇਹ ਸਭ ਤੋਂ ਵੱਡਾ ਸੁਖ ਅੱਜ ਖਾਲਸਾ ਜੀ ਤੁਹਾਡੇ ਹੱਥ ਵਿੱਚ ਆਇਆ ਹੈ। 8 ਸਿੰਘ ਏਕ ਏਕ ਬਾਹੀ ਦੀਨੀ ਤਿਨੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ 8 ਸਿੰਘਾਂ ਦੀਆਂ ਉਸ ਵੇਲੇ ਵੱਖਰੇ ਵੱਖਰੇ ਗਰੁੱਪ ਬਣਾ ਦਿੱਤੇ, ਲੜਨ ਵਾਸਤੇ ਜਥੇ ਬਣਾ ਦਿੱਤੇ। 8 ਸਿੰਘ ਮਹਾਰਾਜ ਨੇ ਚਮਕੌਰ ਦੀ ਗੜੀ ਦੇ ਵਿੱਚ ਇੱਕ ਪਾਸੇ ਲਾ ਦਿੱਤੇ, ਤੁਸੀਂ ਇਸ ਪਾਸੇ ਵੱਲੋਂ ਜੰਗ ਲੜਨਾ ਹੈ। 8 ਸਿੰਘ ਜਿਹੜੇ ਦੂਜੀ ਬਾਹੀ ਤੇ, 8 ਸਿੰਘ ਤੀਜੀ ਬਾਹੀ ਤੇ 8 ਸਿੰਘ ਚੌਥੀ ਬਾਹੀ ਤੇ। ਇਸ ਤਰ੍ਹਾਂ ਮਹਾਰਾਜ ਜੀ ਉਹਨਾਂ ਸਿੰਘਾਂ ਨੂੰ ਜਿੱਥੇ ਜਿੱਥੇ ਮੋਰਚੇ ਬਣਾਏ ਨੇ ਉਹਨਾਂ ਦੀ ਗਿਣਤੀ ਵੰਡਣ ਵਾਸਤੇ ਸਿੰਘਾਂ ਨੂੰ ਵੰਡਿਆ ਹੈ। 30 ਦੋਏ ਸਿੰਘ ਗਹਿ ਆਯੁਧ ਭੇ ਸਾਵਧਾਨ। ਮਹਾਰਾਜ ਜੀਆਂ ਦੇ ਨਾਲ ਬਾਕੀ ਜਿਹੜੇ ਸੂਰਮੇ ਨੇ 32 ਸਿੰਘ ਸ਼ਸਤਰ ਫੜ ਕੇ ਦੇ ਪੂਰੇ ਤਿਆਰ ਬਰ ਤਿਆਰ ਜੰਗ ਕਰਨ ਵਾਸਤੇ ਖੜੇ ਹੋਏ ਹਨ। ਕੋਠਾ ਸਿੰਘ ਏਕ ਔ ਮਦਨ ਸਿੰਘ ਦੋਨੋਂ ਹੂ ਕੋ। ਇਹ ਮਹਾਰਾਜ ਦੇ ਦੋਨੇ ਸੂਰਮੇ ਭਾਈ ਕੋਠਾ ਸਿੰਘ ਜਿਹੜਾ ਰੰਗਰੇਟਾ ਸਿੰਘ ਹੈ ਮਹਾਰਾਜ ਸਾਹਿਬ ਜੀਆਂ ਦਾ, ਤੇ ਭਾਈ ਮਦਨ ਸਿੰਘ ਜਿਹੜਾ ਰਵਦਾਸੀਆ ਸਿੱਖ ਹੈ, ਇਹਨਾਂ ਦੋਵਾਂ ਨੂੰ ਮਹਾਰਾਜ ਜੀ ਨੇ ਉਸ ਵੇਲੇ ਹੁਕਮ ਕੀਤਾ ਹੈ। ਕੋ ਦੀਨੋ ਪੌਰ ਗਾਢੇ ਰਹੋ ਕੀਜੈ ਰਿਪ ਹੀਰਹਾਨ। ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਦੋਨਾਂ ਨੇ ਦਰਵਾਜ਼ਿਆਂ ਦੇ ਉੱਪਰ ਖੜਨਾ ਹੈ। ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ, ਇਹ ਜਿਹੜੀ ਚਮਕੌਰ ਦੀ ਗੜੀ ਹੈ ਨਾ, ਹਵੇਲੀ ਜਿਸ ਨੂੰ ਆਪਾਂ ਕਹਿ ਸਕਦੇ ਹਾਂ, ਇਸ ਹਵੇਲੀ ਦਾ ਜਿਹੜਾ ਮੁੱਖ ਦੁਆਰ ਹੈ, ਇਹਨਾਂ ਦੋਨਾਂ ਸੂਰਮਿਆਂ ਨੂੰ ਉੱਥੇ ਮਹਾਰਾਜ ਨੇ ਸ਼ਸਤਰ ਦੇ ਕੇ ਖੜੇ ਕੀਤਾ। ਕਹਿਣ ਲੱਗੇ ਤੁਹਾਡਾ ਭਾਈ ਇਹ ਕੰਮ ਹੈ ਕਿ ਤੁਸੀਂ ਇਸ ਦਰਵਾਜ਼ੇ ਤੋਂ ਕਿਸੇ ਨੂੰ ਅੱਗੇ ਨਹੀਂ ਆਉਣ ਦੇਣਾ ਹੈ। ਕਿੱਡੇ ਬਹਾਦਰ ਸੂਰਮੇ ਨੇ। 10 ਲੱਖ ਦੀ ਫੌਜ ਜਿਸ ਦਰਵਾਜ਼ੇ ਤੋਂ ਅੰਦਰ ਆਉਣਾ ਚਾਹੇਗੀ, ਉਸ ਫੌਜ ਨੂੰ ਰੋਕਣ ਵਾਸਤੇ ਮਹਾਰਾਜ ਨੇ ਕੇਵਲ 2 ਹੀ ਸੂਰਮੇ ਤਾਇਨਾਤ ਕੀਤੇ। ਕਹਿਣ ਲੱਗੇ ਤੁਸੀਂ ਤਿਆਰ ਬਰ ਤਿਆਰ ਰਹੋ ਅਤੇ ਪੂਰੀ ਮੁਸ਼ਤੈਦੀ ਦੇ ਨਾਲ ਪਹਿਰਾ ਰੱਖਿਓ। ਇਹ ਦਰਵਾਜ਼ਾ ਭੰਨ ਕੇ ਕੋਈ ਅੰਦਰ ਆਉਣ ਦੀ ਹਿੰਮਤ ਨਾ ਕਰੇ। ਬਚਨ ਸੁਣ ਕੇ ਦੋਨਾਂ ਸਿੱਖਾਂ ਨੇ ਆਖਿਆ ਮਹਾਰਾਜ ਜੀ ਜਿੰਨਾ ਚਿਰ ਸਾਡੇ ਸਰੀਰ ਦੇ ਵਿੱਚ ਸਵਾਸ ਚੱਲਦੇ ਪਏ ਉਹਨਾਂ ਚਿਰ ਇਸ ਦਰਵਾਜ਼ੇ ਦੇ ਰਾਹੀਂ ਦੁਸ਼ਮਣ ਨੂੰ ਅੰਦਰ ਨਹੀਂ ਆਉਣ ਦਿੱਤਾ ਜਾਵੇਗਾ। ਇਹ ਤੁਹਾਡੇ ਥਾਪੜੇ ਦੇ ਨਾਲ ਇਹ ਅਸੀਂ ਬਖਸ਼ਿਸ਼ ਤੁਹਾਡੇ ਕੋਲੋਂ ਪ੍ਰਾਪਤ ਕੀਤੀ ਹੈ। ਇਹ ਮਹਾਰਾਜ ਦੇ 2 ਸਿੰਘ ਜਿਹੜੇ ਨੇ ਇਸ ਤਰ੍ਹਾਂ ਦਰਵਾਜ਼ੇ ਦੇ ਉੱਪਰ ਤਿਆਰ ਬਰ ਤਿਆਰ ਹੋ ਕੇ ਖੜ ਗਏ, ਦੁਸ਼ਮਣ ਨੂੰ ਤੱਕਦੇ ਪਏ, ਕਿਸੇ ਨੂੰ ਦਰਵਾਜ਼ੇ ਦੇ ਨੇੜੇ ਨਹੀਂ ਆਉਣ ਦੇਣਾ ਹੈ। ਗੋਲਕਾਂ ਬਰੂਦ ਨ ਡਾਰੀਏ ਤੁਫੰਗ ਵਿੱਚ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੋਲੀਆਂ ਤੇ ਜਿਹੜੀਆਂ ਇਸੇ ਤਰ੍ਹਾਂ ਬੰਦੂਕਾਂ ਦੇ ਵਿੱਚ ਗੋਲੀਆਂ ਪਾਉਣੀਆਂ ਜਾਂ ਬਰੂਦ ਪਾਉਣਾ ਹੈ, ਇਹਨਾਂ ਨੂੰ ਨਾ ਪਾਉਣਾ ਕਰੋ। ਤੋੜਾ ਦਿਓ ਡਾਂਬ ਡਾਂਬ ਛੁੱਟ ਹੈ ਨਾ ਸ਼ੰਕ ਠਾਨ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਤੁਹਾਨੂੰ ਬੰਦੂਕਾਂ ਦੇ ਵਿੱਚ ਗੋਲੀਆਂ ਪਾਉਣ ਦੀ ਲੋੜ ਨਹੀਂ ਹੈ। ਸਿੱਖਾਂ ਨੇ ਆਖਿਆ ਨਾ ਮਹਾਰਾਜ ਬਰੂਦ ਨਹੀਂ ਰਹਿ ਗਿਆ ਹੈ, ਗੋਲੀ ਸਿੱਕਾ ਘਟ ਗਿਆ, ਕਿਵੇਂ ਹੈ? ਪਾਤਸ਼ਾਹ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਚੇਤਾ ਕਰਕੇ ਬਸ ਤੁਸੀਂ ਦੁਸ਼ਮਣ ਵੱਲ ਹਥਿਆਰ ਕਰਕੇ ਚਲਾਈ ਚੱਲਿਓ, ਨਾ ਗੋਲੀ ਦੀ ਲੋੜ ਪਵੇਗੀ ਨਾ ਬਰੂਦ ਦੀ ਲੋੜ ਪੈਣੀ, ਇਹ ਆਪਣੇ ਆਪ ਹੀ ਦੁਸ਼ਮਣ ਦੇ ਵੱਲ ਚੱਲਦੀਆਂ ਰਹਿਣਗੀਆਂ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ।
ਇਸੇ ਤਰ੍ਹਾਂ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਜਦੋਂ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਦਾ ਜੰਗ ਲੜਨ ਲੱਗੇ ਨਾ, ਉਸ ਵੇਲੇ ਸਿੱਖਾਂ ਨੇ ਆਖਿਆ ਮਹਾਰਾਜ ਫੌਜ ਬੜੀ ਵੱਡੀ ਆਈ ਹੈ ਲਾਹੌਰ ਤੋਂ ਚੜ੍ਹ ਕੇ, ਆਪਣੇ ਕੋਲ ਤੇ ਤੋਪ ਹੀ ਹੈ ਨਹੀਂ ਚਲਾਉਣ ਵਾਸਤੇ, ਕਿਵੇਂ ਲੜਾਂਗੇ। ਤੇ ਮਹਾਰਾਜ ਸਾਹਿਬ ਜੀ ਨੇ ਬਚਨ ਸੁਣਿਆ, ਉੱਥੇ ਗੁਰਮੁਖੋ ਇੱਕ ਵੱਡੀ ਲੱਕੜ ਪਈ ਹੈ, ਉਹਦੇ ਵਿੱਚ ਵੱਡਾ ਭਾਰੀ ਖੋਲ ਹੈ। ਪਾਤਸ਼ਾਹ ਕਹਿੰਦੇ ਭਾਈ ਆ ਲੱਕੜ ਨੂੰ ਚੁੱਕ ਕੇ ਰੱਖੋ ਕੰਧ ਦੇ ਉੱਪਰ। ਮਹਾਰਾਜ ਦਾ ਹੁਕਮ ਮੰਨਿਆ, ਰੱਖ ਦਿੱਤੀ। ਪਾਤਸ਼ਾਹ ਕਹਿੰਦੇ ਇਹਦੇ ਵਿੱਚ ਮਿੱਟੀ ਘੱਟਾ ਰੋੜੇ ਜੋ ਵੀ ਨਾ ਪਾਈ ਚੱਲੋ, ਭਰੀ ਚੱਲੋ। ਇਸ ਨੂੰ ਮਹਾਰਾਜ ਦਾ ਹੁਕਮ ਮੰਨ ਕੇ ਉਹਦੇ ਵਿੱਚ ਰੋੜੇ ਇੱਟਾਂ ਪਾਈ ਗਏ ਜੋ ਵੀ ਮਿਲਿਆ। ਤੇ ਪਾਤਸ਼ਾਹ ਕਹਿਣ ਲੱਗੇ ਹੁਣ ਜਿਸ ਤਰ੍ਹਾਂ ਤੋਪ ਚਲਾਈ ਦੀ ਹੈ ਨਾ, ਇਸ ਤਰ੍ਹਾਂ ਇਹਨੂੰ ਅੱਗ ਲਾ ਦਿਓ, ਇਹ ਤੋਪ ਦੇ ਵਾਂਗੂ ਹੀ ਕੰਮ ਕਰੇ। ਸਤਿ ਸ਼੍ਰੀ ਅਕਾਲ। ਮਹਾਰਾਜ ਸਾਹਿਬ ਜੀਆਂ ਦਾ ਹੁਕਮ ਮੰਨ ਕੇ ਉਸੇ ਵੇਲੇ ਮਹਾਰਾਜ ਦੇ ਸਿੰਘਾਂ ਨੇ ਇਸ ਤਰ੍ਹਾਂ ਅੰਮ੍ਰਿਤਸਰ ਦਾ ਪਹਿਲਾ ਜੰਗ ਲੜਿਆ। ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਨੇ ਉੱਥੇ ਲੱਕੜ ਦੀ ਰੱਖ ਕੇ ਤੋਪ, ਮਹਾਰਾਜ ਨੇ ਲੱਕੜ ਸੋ ਰੱਖ ਕੇ ਉਹਦੀ ਤੋਪ ਬਣਾ ਕੇ ਮਹਾਰਾਜ ਨੇ ਚਲਾ ਕੇ ਤੇ ਦੁਸ਼ਮਣ ਨੂੰ ਉੱਥੋਂ ਮਾਰ ਕੇ ਭਜਾਇਆ। ਇਸ ਤਰ੍ਹਾਂ ਦੀ ਮਹਾਰਾਜ ਨੇ ਕਲਾ ਉੱਥੇ ਵਰਤਾਈ ਹੈ। ਇੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸੇ ਗੁਰੂ ਸਾਹਿਬਾਨ ਦੇ ਪੁੱਤਰੇ ਹਨ। ਹੁਕਮ ਦਿੱਤਾ ਖਾਲਸਾ ਜੀ ਫਿਕਰ ਨਾ ਕਰਿਓ ਵੀ ਅਸਲਾ ਮੁੱਕ ਗਿਆ ਹੈ, ਬਰੂਦ ਮੁੱਕ ਗਿਆ ਹੈ। ਇਹ ਲੋਕ ਜਿਹੜੇ ਨੇ ਕਸਮਾਂ ਖਾ ਕੇ ਭੁੱਲੇ ਨੇ, ਵਾਅਦਾ ਕਰਕੇ ਭੁੱਲੇ, ਝੂਠੇ ਨੇ, ਦਗਾਬਾਜ਼ ਨੇ। ਇਹਨਾਂ ਦਗਾਬਾਜ਼ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਮਾਰਨਾ ਹੈ। ਹੁਣ ਤੁਹਾਨੂੰ ਬੰਦੂਕਾਂ ਵਿੱਚ ਬਰੂਦ ਪਾਉਣ ਦੀ ਲੋੜ ਨਹੀਂ, ਗੋਲੀ ਪਾਉਣ ਦੀ ਲੋੜ ਨਹੀਂ। ਆਪਣੀਆਂ ਬੰਦੂਕਾਂ ਦਾ ਮੂੰਹ ਹੀ ਦੁਸ਼ਮਣ ਵੱਲ ਕਰਕੇ ਇਹਨਾਂ ਦੇ ਘੋੜੇ ਦੱਬੀ ਚੱਲਿਓ, ਆਪਣੇ ਆਪ ਹੀ ਇਹਨਾਂ ਦੇ ਵਿੱਚੋਂ ਗੋਲੀ ਨਿਕਲੇਗੀ ਔਰ ਦੁਸ਼ਮਣ ਦਾ ਸੀਨਾ ਪਾੜ ਦੇਵੇ। ਇਹ ਬਚਨ ਮਹਾਰਾਜ ਸਾਹਿਬ ਜੀਆਂ ਨੇ ਖਾਲਸੇ ਨੂੰ ਬਖਸ਼ਿਸ਼ ਕੀਤੇ। ਇਸ ਤਰੀਕੇ ਦੇ ਨਾਲ ਮਹਾਰਾਜ ਸਮਝਾਉਂਦੇ ਪਏ ਹਨ। ਦੋਨੋਂ ਸੁੱਤ ਦਇਆ ਸਿੰਘ ਸੰਤ ਸਿੰਘ ਪਾਸ ਰੱਖੇ। ਮਹਾਰਾਜ ਸਾਹਿਬ ਜੀਆਂ ਦੇ ਦੋਨੇ ਸਪੁੱਤਰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਇਹਨਾਂ ਨੂੰ ਮਹਾਰਾਜ ਨੇ ਆਖਿਆ ਵੀ ਤੁਸੀਂ ਦਇਆ ਸਿੰਘ ਦੇ ਨਾਲ ਰਹਿਣਾ ਹੈ। ਭਾਈ ਦਇਆ ਸਿੰਘ ਮਹਾਰਾਜ ਜੀਆਂ ਦੇ ਜਥੇਦਾਰ, ਆਪਣੇ ਸਾਹਿਬਜ਼ਾਦਿਆਂ ਨੂੰ ਉਹਨਾਂ ਦੇ ਨਾਲ ਮਹਾਰਾਜ ਨੇ ਕਰ ਦਿੱਤਾ ਹੈ। ਤੇ ਭਾਈ ਸੰਤ ਸਿੰਘ ਜਿਹੜੇ ਹਨ ਇਹ ਵੀ ਨਾਲ, ਇਹਨਾਂ ਚੌਵਾਂ ਜਾਣਿਆਂ ਨੂੰ ਇੱਕ ਪਾਸੇ ਰੱਖਿਆ ਹੈ। ਅਵਸ਼ੇ ਅਟਾਰੀ ਮਹਿ ਕਮਾਨ ਬਾਨ ਤਾਨ ਪਾਨ। ਤੇ ਸਤਿਗੁਰੂ ਪਾਤਸ਼ਾਹ ਆਪ ਅਟਾਰੀ ਦੇ ਵਿੱਚ ਉਸ ਵੇਲੇ ਜਾ ਕੇ ਬੈਠ ਗਏ ਨੇ। ਹੱਥ ਵਿੱਚ ਮਹਾਰਾਜ ਨੇ ਤੀਰ ਕਮਾਨ ਫੜਿਆ ਹੋਇਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਗੜੀ ਦੀ ਅਟਾਰੀ ਤੋਂ ਬੈਠੇ ਹੋਏ ਚੁਬਾਰੇ ਤੋਂ ਜਦੋਂ ਤੀਰ ਚਲਾਉਣਗੇ ਤੇ ਇਹ ਜਿਹੜੇ 10 ਲੱਖ ਦੀ ਗਿਣਤੀ ਫੌਜ ਕਹਿੰਦੀ ਵੀ ਝਾਟੀ ਗੁਰੂ ਗੋਬਿੰਦ ਸਿੰਘ ਨੂੰ ਫੜ ਕੇ ਲੈ ਆਉਣਾ, ਇਹ ਭੱਜ ਭੱਜ ਕੇ ਕਿਵੇਂ ਦੂਰ ਹਟਦੇ ਨੇ, ਉਹ ਆਪਾਂ ਇਤਿਹਾਸ ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ, ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ। ਕਾਰ ਸੇਵਾ ਦੀ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ